कहो नानक सब तेरी वड्याई, कोई नाओ न जाने मेरा। सो कहो होठल गुर सेविया, अहनिस सहज सुभाए। दर्शन परसे है गुरु कह, जन्म मरण दुख जाए। होवै सिफत खसामदी, नूर अरसों कुरसों चटिया। तुद डिठे सच्चे पातशाह, मल जन्म जन्म दी कटी है। तुद डिठे सच्चे पातशाह, मल जन्म जन्म दी कटी है। सतनाम श्री वाहिगुरु साहिब जीओ। श्लोक महला तीजा। ज्यों तन कोलू पीड़िया, रात न भोरी देह। जियो वंजे चौखनिया, सच्चे संदड़े ने। नानक मेल ना चुके, राती अते देह। जो तन कोलू पीड़िए, रात ना भोरी देह। वाहिगुरु जी का खालसा, वाहिगुरु जी की फतेह। पतित पावन गरीब नवाज सतगुरु गुरु ग्रंथ साहिब जियां ने महान रहमत करके ये अमृत वेले सुभागे समय महाराज साहब जियां ने बख्शिश कीते। आप संगतां सतगुरां दी गुरबाणी सरवण करके मनुखा जन्म का मिलिया होया वड्डा भारी लाभ प्राप्त कर रहे सी। इस वेले आपां सतगुरां दी लड़ीवार जो कथा है सरवण करन वास्ते गुरु दरबार विच एकत्रित होए हां। आओ भावना दे नाल सतगुरां दी अमृत बाणी सरवण करिए, मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। श्लोक महला तीजा। जो तन कोलू पीड़िए, रात ना भोरी दे। गुरु बख्शिश गुरु अमरदास महाराज जियां दा ये श्लोक आपां नूं प्राप्त हो रहा है। महाराज साहब जी कहन लगे कि जिस तरह कोलू विच पा के तिलां नूं पीड़िया जांदा है, इस तरह कोलू विच पा के इस शरीर नूं पीड़िया जावे। जाप ताप करदियां होया इस शरीर दे विचों रत्ती रत न निकलै, जे तन चीरै कोय। सो ये भी सतगुरां दी गुरबाणी दा फरमान है कि कोलू विच पा के तन नूं पीड़िया, ਇਹਦੇ ਵਿੱਚੋਂ ਰੱਤੀ ਰਤ ਨਾ ਨਿਕਲੇ। थोड़ी जिन्नी भी रत रह ना जावे, इन्ना ताप करे, इन्ना जाप करे। सो इस तरह दे नाल ये ताप ते जाप नूं करदा रहे। जिवें तिलां नूं पा के कोलू विच पीड़िया जांदा है, इसे तरह जे शरीर नूं भी पा के कोलू विच पीड़िए। पर कहन लगे बचन ये है सतगुरु जियां दा कि रत जिहड़ी है वो प्राप्त ना होना करे। जियो वंजे चौखनिए, सच्चे संदड़े ने। गुरु पातशाह महाराज कहन लगे कि इसे तरह जो सच्चा वाहिगुरु परमेश्वर है, सो उस परमेश्वर दे जिहड़े सदड़े नेह, उस परमेश्वर दे नाल जिहड़ा नेह करना, प्रेम करना, प्यार करना है, चौखनिए ये बलिहार जाना है।
ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੀਓ ਵੰਜੇ, ਸਾਡਾ ਜੀਓ ਮਨ ਜਿਹੜਾ ਉਸ ਪਰਮਾਤਮਾ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ, ਸਦਕੇ ਜਾਂਦਾ। ਐਸੀ ਦਾਤ ਸਾਨੂੰ ਪ੍ਰਾਪਤ ਹੋਵੇ, ਐਸੀ ਦਾਤ ਦੇ ਮਾਲਕ ਬਣ ਜਾਈਏ ਕਿ ਆਪਣੇ ਗੁਰੂ ਤੋਂ ਇਹ ਸਾਡਾ ਮਨ ਜਿਹੜਾ ਹੈ ਬਲਿਹਾਰ ਜਾਣਾ ਕਰੇ, ਕੁਰਬਾਨ ਸਦਕੇ ਜਾਣਾ ਕਰੇ। ਐਸੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਨਾਨਕ ਮੇਲ ਨਾ ਚੁੱਕਈ ਰਾਤੀ ਅਤੈ ਡੇਹ। ਮਹਾਰਾਜ ਬਖਸ਼ਿਸ਼ ਕਰਦੇ ਉਹ ਜਿਹੜੇ ਗੁਰਮੁਖ ਨੇ ਰਾਤੀ ਅਤੇ ਡੇਹ, ਡੇਹ ਨਾਮ ਗੁਰਮੁਖੋ ਦਿਨ ਦਾ ਹੈ, ਰਾਤ ਅਤੇ ਦਿਨ ਉਹਨਾਂ ਗੁਰਮੁਖਾਂ ਦਾ ਮੇਲ ਕਹੀਏ ਮਿਲਾਪ ਨਾ ਚੁੱਕੇ, ਚੁੱਕਦਾ ਨਹੀਂ। ਭਾਵ ਕਿ ਰਾਤ ਦਿਨੇ ਫਿਰ ਉਹਨਾਂ ਗੁਰਮੁਖਾਂ ਦਾ ਮਿਲਾਪ ਬਣਿਆ ਰਹਿੰਦਾ ਹੈ, ਰਾਤ ਦਿਨੇ ਉਹ ਗੁਰਮੁਖ ਪਰਮੇਸ਼ਰ ਨਾਲ ਜੁੜੇ ਰਹਿੰਦੇ ਹਨ। ਮਹਲਾ ਤੀਜਾ ਸੱਜਣ ਮੈਂਡਾ ਰੰਗਲਾ, ਰੰਗ ਲਾਏ ਮਨ ਲੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਜੋ ਸੱਜਣ ਪਰਮਾਤਮਾ ਹੈ ਨਾ, ਮਹਾਰਾਜ ਕਹਿਣ ਲੱਗੇ ਉਹ ਰੰਗਲਾ, ਰੰਗਲਾ ਤੋਂ ਭਈਏ ਕਹੀਏ ਕਿ ਆਨੰਦ ਦੇਣ ਵਾਲਾ ਹੈ। ਜੋ ਪਰਮਾਤਮਾ ਹਨ ਉਹ ਰੰਗ ਕਹੀਏ ਆਨੰਦ ਦੇਣ ਵਾਲੇ ਨੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰੰਗ ਲਾਏ ਮਨ ਲੈ। ਜਿਸ ਦੇ ਮਨ ਨੂੰ ਗੁਰੂ ਨੇ ਪਰਮੇਸ਼ਰ ਨੇ ਆਪਣੀ ਤਰਫ ਕਰ ਲਿਆ, ਉਸ ਦੇ ਮਨ ਨੂੰ ਫਿਰ ਸਤਿਗੁਰੂ ਰੰਗ ਲਾ ਦਿੰਦੇ। ਜਿਵੇਂ ਲਿਲਾਰੀ ਦਾ ਕੰਮ ਹੈ ਨਾ ਕੱਪੜੇ ਨੂੰ ਰੰਗ ਦੇਣਾ, ਇਸੇ ਤਰ੍ਹਾਂ ਜਿਨ੍ਹਾਂ ਦੇ ਮਨ ਨੂੰ ਗੁਰੂ ਨੇ ਆਪਣੇ ਵੱਲ ਕਰ ਲਿਆ, ਆਪਣੇ ਤਰਫ ਖਿੱਚ ਲਿਆ, ਉਹਨਾਂ ਗੁਰਮੁਖਾਂ ਦੇ ਮਨ ਰੂਪੀ ਕੱਪੜੇ ਨੂੰ ਫਿਰ ਗੁਰੂ ਪਰਮਾਤਮਾ ਜੋ ਹਨ ਉਹ ਨਾਮ ਦਾ ਰੰਗ ਲਾ ਦਿੰਦੇ। ਐਸੀ ਬਖਸ਼ਿਸ਼ ਕਰਦੇ। ਫਿਰ ਫਰਮਾਉਂਦੇ ਹਨ ਸੱਜਣ ਮਹਿੰਡਾ ਰੰਗਲਾ, ਰੰਗ ਲਾਏ ਮਨ ਲੈ। ਸਤਿਗੁਰੂ ਬਖਸ਼ਿਸ਼ ਕਰਦੇ ਸੱਜਣ ਲੋਕ ਪਰਲੋਕ ਦੇ ਮਾਲਕ ਮਿੱਤਰ ਨੇ ਧੰਨ ਗੁਰੂ ਪਾਤਸ਼ਾਹ, ਜੋ ਇਸ ਲੋਕ ਦੇ ਵਿੱਚ ਵੀ ਜੀਵ ਦੀ ਰੱਖਿਆ ਕਰਦੇ, ਪਰਲੋਕ ਦੇ ਵਿੱਚ ਵੀ ਇਸ ਦੀ ਰੱਖਿਆ ਕਰਦੇ। ਸੋ ਐਸਾ ਜੋ ਗੁਰੂ ਹੈ ਜਿਹੜਾ ਲੋਕ ਪਰਲੋਕ ਦਾ ਸੱਜਣ ਹੈ, ਪਾਤਸ਼ਾਹ ਕਹਿਣ ਲੱਗੇ ਕਿ ਉਹ ਸਤਿਗੁਰੂ ਐਸੇ ਰੰਗਲੇ ਆਨੰਦ ਦੇਣ ਵਾਲੇ ਨੇ ਜਿਨ੍ਹਾਂ ਨੇ ਆਪਣਾ ਮਨ ਰੂਪੀ ਵਸਤਰ ਗੁਰੂ ਨੂੰ ਭੇਟ ਕਰ ਦਿੱਤਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਉਹਨੂੰ ਭਗਤੀ ਦਾ ਰੰਗ ਦੇ ਦਿੰਦੇ, ਭਗਤੀ ਦਾ ਰੰਗ ਚਾੜ ਦਿੰਦੇ। ਐਸੀਆਂ ਦਾਤਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਹਨ। ਜਿਉ ਮਜੀਠੇ ਕੱਪੜੇ ਰੰਗੇ ਵੀ ਪਾਹੇ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਜਿਵੇਂ ਮਜੀਠੀ ਰੰਗ ਨੂੰ ਪੱਕਾ ਰੰਗ ਮੰਨਿਆ ਜਾਂਦਾ। ਜਿਹੜੇ ਲਲਾਰੀ ਸਨ ਜਦੋਂ ਕਿਸੇ ਕੱਪੜੇ ਨੂੰ ਰੰਗ ਦੇਣਾ ਤੇ ਉਹ ਮਜੀਠੀ ਰੰਗ ਕਹਿ ਦੇਣਾ ਵੀ ਇਹ ਮਜੀਠੀ ਰੰਗ ਚਾਹੀਦਾ, ਬੜਾ ਪੱਕਾ ਹੈ, ਬੜਾ ਗੂੜਾ ਹੈ। ਪਰ ਜਦੋਂ ਉਸ ਨੂੰ ਪੱਕਾ ਰੰਗ ਦੇਣ ਵਾਸਤੇ ਆਖਣਾ ਤੇ ਲਲਾਰੀ ਨੇ ਇਹ ਗੱਲ ਕਹਿਣੀ ਵੀ ਸਮਾਂ ਲੱਗੇਗਾ। ਕਿਉਂ ਸਮਾਂ ਲੱਗੇਗਾ? ਕਿਉਂਕਿ ਇਸ ਕੱਪੜੇ ਨੂੰ ਪਹਿਲਾਂ ਪਾ ਦੇਣੀ ਪਵੇਗੀ, ਪਹਿਲਾਂ ਪਾ ਦੇਵਾਂਗਾ ਅਤੇ ਉਸ ਤੋਂ ਮਗਰੋਂ ਇਸ ਨੂੰ ਰੰਗ ਦੇਵਾਂਗਾ, ਫਿਰ ਰੰਗ ਚੰਗਾ ਚੜ੍ਹੇਗਾ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਇਹ ਜਿਹੜਾ ਤੇਰਾ ਮਨ ਰੂਪੀ ਕੱਪੜਾ ਹੈ ਨਾ ਭਾਈ, ਇਸ ਨੂੰ ਮਜੀਠੀ ਰੰਗ ਜਿਹੜਾ ਦੇਣਾ ਹੈ, ਇਹਦੇ ਤੋਂ ਪਹਿਲਾਂ ਪਾ ਕੀ ਦੇਣੀ ਹੈ? ਭੈ ਵਿੱਚ ਖੁੰਬ ਚੜਾਈ ਹੈ। ਇਹ ਜਿਹੜਾ ਪ੍ਰਮਾਤਮਾ ਦਾ ਭੈ ਮੰਨਣਾ ਹੈ, ਇਹ ਹੈ ਪਾ ਦੇਣੀ। ਜਾਂ ਵਕਾਰਾਂ ਦੇ ਵੱਲੋਂ ਸ਼ਰਮ ਮੰਨਣੀ, ਸ਼ਰਮ ਪਾਣੀ ਤਨ ਖੇਤ, ਇਹ ਆਪਣੇ ਸਰੀਰ ਨੂੰ ਵਕਾਰਾਂ ਵੱਲੋਂ ਸ਼ਰਮ ਮੰਨ ਕੇ ਪਿੱਛੇ ਹਟਣਾ, ਇਹ ਕਹੀਏ ਪਾ ਦੇਣੀ ਹੈ। ਮਹਾਰਾਜ ਜੀ ਬਖਸ਼ਿਸ਼ ਕਰਦੇ ਕਹਿਣ ਲੱਗੇ ਜਿਵੇਂ ਮਜੀਠੀ ਰੰਗ ਦੇਣ ਵਾਸਤੇ ਲਲਾਰੀ ਨੇ ਕੱਪੜੇ ਨੂੰ ਪਾ ਦਿੱਤੀ ਹੈ, ਇਸੇ ਤਰ੍ਹਾਂ ਤੇਰੇ ਮਨ ਰੂਪੀ ਕੱਪੜੇ ਨੂੰ ਨਾਮ ਦਾ ਰੰਗ ਦੇਣ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਪਹਿਲਾਂ ਭੈ, ਇਹ ਜੋ ਤੈਨੂੰ ਡਰ ਦੱਸਿਆ ਹੈ ਪ੍ਰਮਾਤਮਾ ਦਾ ਡਰ ਰੱਖਣਾ, ਇਹ ਪਾ ਦੇਣੀ ਹੈ। ਵਕਾਰਾਂ ਦੇ ਵੱਲੋਂ ਸ਼ਰਮ ਧਾਰਨ ਕਰਕੇ ਰੱਖਣੀ, ਇਹ ਪਾ ਦੇਣੀ ਹੈ। ਜਦੋਂ ਇਹ ਤੇਰੇ ਮਨ ਰੂਪੀ ਕੱਪੜੇ ਨੂੰ ਵਕਾਰਾਂ ਦੀ ਸ਼ਰਮ ਪਰਮਾਤਮਾ ਦਾ ਡਰ ਰੂਪੀ ਪਾ ਦੇ ਦਿੱਤੀ ਤੇ ਮਹਾਰਾਜ ਕਹਿਣ ਲੱਗੇ ਫਿਰ ਇਹ ਗੁਰਮੁਖਾ ਇਸ ਮਨ ਨੂੰ ਜਿਹੜਾ ਨਾਮ ਦਾ ਰੰਗ ਇੰਨਾ ਗੂੜਾ ਚੜ੍ਹੇਗਾ, ਇੰਨਾ ਪੱਕਾ ਚੜ੍ਹ ਜਾਵੇਗਾ ਕਿ ਫਿਰ ਉਹ ਰੰਗ ਉਤਰੇਗਾ ਹੀ ਨਹੀਂ ਕਦੇ। ਰਾਮ ਰੰਗ ਕਦੇ ਉਤਰ ਨਾ ਜਾਏ। ਫਿਰ ਸਰੀਰ ਰੂਪੀ ਕੱਪੜੇ ਨੂੰ ਭਾਵੇਂ ਕੋਈ ਪਾੜ ਵੀ ਦੇਵੇ, ਆਰੇ ਦੇ ਨਾਲ ਚੀਰ ਕਿਉਂ ਨਾ ਦੇਵੇ, ਪਰ ਉਹ ਨਾਮ ਦਾ ਰੰਗ ਫਿਰ ਉਤਰੇਗਾ ਨਹੀਂ, ਐਸਾ ਪੱਕਾ ਚੜ੍ਹ ਦਿੰਦਾ। ਫਿਰ ਇਹ ਸਰੀਰ ਰੂਪੀ ਬਸਤਰ ਦੇ ਕੋਈ ਟੋਟੇ ਟੋਟੇ ਕਰ ਦੇਵੇ, ਲੀਰਾਂ ਲੀਰਾਂ ਕਰ ਦੇਵੇ, ਕੋਈ ਚਰਖੜੀ ਤੇ ਚਾੜ ਕੇ ਤੁੰਬਾ ਤੁੰਬਾ ਕਰ ਦੇਵੇ, ਕੋਈ ਟੋਕੇ ਦੇ ਨਾਲ ਬੰਦ ਬੰਦ ਵੀ ਭਾਵੇਂ ਕੱਟ ਦੇਵੇ, ਪਰ ਇਹ ਨਾਮ ਦਾ ਰੰਗ ਫਿਰ ਨਹੀਂ ਉਤਰੇਗਾ। ਸਤਿਗੁਰੂ ਜੀ ਐਸਾ ਨਾਮ ਦਾ ਰੰਗ ਜਿਹੜਾ ਹੈ ਉਹ ਪੱਕਾ ਚਾੜਦੇ, ਜਿਹੜਾ ਫਿਰ ਉਤਰਦਾ ਨਹੀਂ ਹੈ, ਜਾਂਦਾ ਨਹੀਂ ਹੈ। ਸੋ ਮਹਾਰਾਜ ਬਖਸ਼ਿਸ਼ ਕਰਦੇ ਇਸ ਤਰ੍ਹਾਂ ਮਹਾਰਾਜ ਜੀ ਪਹਿਲਾਂ ਪਾ ਦਿੰਦੇ ਨੇ ਪਰਮਾਤਮਾ ਦੇ ਭੈ ਦੀ
ਫਿਰ ਪਾ ਦਿੰਦੇ ਨੇ ਵਿਕਾਰਾਂ ਵੱਲੋਂ ਇਹ ਜਿਹੜੀ ਸ਼ਰਮ ਧਾਰਨ ਕਰਨੀ ਹੈ। ਫਿਰ ਮਹਾਰਾਜ ਸਾਹਿਬ ਜੀ ਨਾਮ ਦਾ ਐਸਾ ਪੱਕਾ ਰੰਗ ਚਾੜਦੇ ਕਿ ਇਹ ਸਰੀਰ ਨੂੰ ਫਿਰ ਪਾੜਿਆਂ ਤੋੜਿਆਂ ਵੱਢਿਆਂ ਟੁਕਿਆਂ ਕਦੇ ਵੀ ਉਹ ਨਾਮ ਦਾ ਰੰਗ ਉਤਰਦਾ ਨਹੀਂ ਹੈ। ਨਾਨਕ ਰੰਗ ਨਾ ਉਤਰੈ। ਗੁਰੂ ਬਖਸ਼ਿਸ਼ ਕਰਦੇ ਇਹ ਰੰਗ ਉਤਰੇਗਾ ਨਹੀਂ ਭਾਈ। ਇਹ ਰਾਮ ਰੰਗ ਜਿਹੜਾ ਕਦੇ ਨਹੀਂ ਉਤਰੇਗਾ, ਕਦੇ ਲੈਂਦਾ ਨਹੀਂ ਹੈ। ਬਿਆਨ ਲੱਗਾ ਕਿ ਦੂਜਾ ਰੰਗ ਲੱਗੇਗਾ ਵੀ ਨਹੀਂ। ਮਜੀਠੀ ਰੰਗ ਚੜ੍ਹਦੀ ਹੈ ਨਾ ਕੱਪੜੇ ਨੂੰ, ਐਸਾ ਪੱਕਾ ਰੰਗ ਹੈ। ਹੁਣ ਕੱਪੜਾ ਪਾੜ ਤੇ ਭਾਵੇਂ ਜਾਏ ਪਰ ਰੰਗ ਨਹੀਂ ਉਤਰੇਗਾ, ਔਰ ਨਾ ਹੀ ਉਸ ਕੱਪੜੇ ਦੇ ਉੱਪਰ ਕੋਈ ਦੂਜਾ ਰੰਗ ਚੜ੍ਹ ਸਕਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਗੁਰਮੁਖੋ, ਇਹ ਜਿਹੜਾ ਨਾਮ ਦਾ ਰੰਗ ਇੱਕ ਵਾਰੀ ਚੜ੍ਹ ਗਿਆ ਨਾ ਜਿਹਦੇ ਮਨ ਰੂਪੀ ਕੱਪੜੇ ਨੂੰ, ਫਿਰ ਦੂਜਾ ਕੋਈ ਰੰਗ ਚੜ੍ਹੇਗਾ ਹੀ ਨਹੀਂ। ਵਿਸ਼ੇ ਵਿਕਾਰ ਸਾਰੇ ਫਿੱਕੇ ਹੋ ਜਾਣਗੇ। ਇਹ ਵਿਕਾਰਾਂ ਦਾ ਰੰਗ ਫਿਰ ਉਸ ਨੂੰ ਲੱਗੇਗਾ ਨਹੀਂ। ਐਸੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਪੌੜੀ ਹਰਿ ਆਪ ਵਰਤੇ ਆਪ, ਹਰਿ ਆਪ ਬੁਲਾਏ ਦਾ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਸਾਰਿਆਂ ਵਿੱਚ ਵਰਤ ਰਹੇ ਨੇ, ਸਾਰਿਆਂ ਵਿੱਚ ਸੁਭਾਏਮਾਨ ਹੋ ਰਿਹਾ। ਹਰ ਆਪ ਵਰਤੈ ਆਪ, ਆਪ ਹੀ ਸਾਰਿਆਂ ਵਿੱਚ ਵਰਤ ਰਿਹਾ ਭਾਈ, ਵਿਚਰ ਰਿਹਾ ਪਰਮਾਤਮਾ ਜੀ। ਇਸੇ ਤਰ੍ਹਾਂ ਆਪ ਬੁਲਾਏ ਦਾ, ਆਪ ਹੀ ਸਾਰਿਆਂ ਜੀਵਾਂ ਦੇ ਵਿੱਚ ਹੋ ਕੇ ਬੋਲਦੇ ਪਏ, ਆਪ ਹੀ ਸਾਰਿਆਂ ਨੂੰ ਬੁਲਾਉਂਦੇ ਪਏ ਮੁਖੋਂ। ਐਸੀਆਂ ਦਾਤਾਂ ਜਿਹੜੀਆਂ ਨੇ ਆਪ ਹੀ ਸਾਰਿਆਂ ਵਿੱਚ ਵਿਚਰ ਕੇ ਹੋ ਰਹੀਆਂ ਹਨ। ਹਰਿ ਆਪੇ ਸ੍ਰੇਸ਼ਟ ਸਵਾਰ, ਸਿਰ ਧੰਦੇ ਲਾਈਦਾ। ਪਰਮਾਤਮਾ ਨੇ ਆਪੇ ਹੀ ਗੁਰਮੁਖੋ ਸ੍ਰਿਸ਼ਟੀ ਸਾਜੀ ਹੈ। ਦੁਨੀਆ ਵੀ ਉਸਨੇ ਆਪੇ ਬਣਾਈ ਹੈ। ਦੁਨੀਆ ਬਣਾ ਕੇ ਸਿਰ ਧੰਦੇ ਲਾਏ ਦਾ, ਸਿਰ ਬਸਿਰ ਸਾਰਿਆਂ ਨੂੰ ਰਿਜ਼ਕ ਉਸਨੇ ਬਖਸ਼ਿਸ਼ ਕੀਤਾ ਹੈ। ਰਿਜ਼ਕ ਕਿਵੇਂ ਦਿੰਦਾ? ਸਾਰਿਆਂ ਨੂੰ ਧੰਦੇ ਲਾਇਆ ਹੋਇਆ। ਤੁਧ ਸੰਸਾਰ ਉਪਾਇਆ, ਸਿਰਾ ਸਿਰ ਧੰਦੇ ਲਾਇਆ। ਵੇਖਿਆ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਜੀਓ। ਐਸੀਆਂ ਦਾਤਾਂ ਬਖਸ਼ਿਸ਼ ਕਰਦਾ ਹੈ। ਕਿਸੇ ਨੂੰ ਨੌਕਰੀ ਦਿੱਤੀ ਹੈ, ਕਿਸੇ ਨੂੰ ਬਿਜ਼ਨਸ ਦਿੱਤਾ, ਕੋਈ ਰੁਜ਼ਗਾਰ ਦਿੱਤਾ, ਕੋਈ ਦਿਹਾੜੀ ਕਰਦਾ ਪਿਆ, ਕੋਈ ਮਸ਼ੱਕਤ ਕਰਦਾ ਪਿਆ। ਕਈ ਕੋਟ ਬੈਠਤੇ ਹੀ ਖਾਹੇ, ਕਈ ਕੋਟ ਘਾਲੇ ਥੱਕ ਪਾਹੇ। ਇਹ ਪਰਮਾਤਮਾ ਨੇ ਡਿਊਟੀਆਂ ਲਾ ਦਿੱਤੀਆਂ। ਕੋਈ ਬੈਠਾ ਹੀ ਛਕਦਾ ਪਿਆ, ਕੋਈ ਕਮਾ ਕੇ ਮਿਹਨਤ ਕਰਕੇ ਛਕਦਾ ਪਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪੇ ਹੀ ਉਸਨੇ ਸ੍ਰਿਸ਼ਟੀ ਸਾਜੀ ਹੈ, ਔਰ ਆਪ ਹੀ ਉਸਨੇ ਸਾਰਿਆਂ ਨੂੰ ਧੰਦੇ ਲਾਇਆ, ਕੰਮ ਲਾਇਆ ਹੋਇਆ। ਔਰ ਕੰਮ ਲਾ ਕੇ ਸਾਰਿਆਂ ਨੂੰ ਸਿਰ ਬਸਿਰ ਉਸ ਪਰਮਾਤਮਾ ਨੇ ਰਿਜ਼ਕ ਵੀ ਆਪੇ ਸਾਰਿਆਂ ਦੇ ਕਰਮਾਂ ਵਿੱਚ ਲਿਖਿਆ ਹੈ। ਇੱਕ ਨਾ ਭਗਤੀ ਲਾਏ, ਇੱਕ ਆਪ ਖੁਆਏਂਦਾ। ਉਹ ਗੁਰਮੁਖ ਨੇ ਜਿਨ੍ਹਾਂ ਨੂੰ ਉਸਨੇ ਭਗਤੀ ਵਿੱਚ ਲਾਇਆ ਹੋਇਆ, ਉਹ ਭਗਤੀ ਕਰਦੇ, ਨਾਮ ਜਪਦੇ, ਸਿਮਰਨ ਕਰਦੇ। ਇੱਕ ਉਹ ਗੁਰਮੁਖ ਨੇ ਜਿਹੜੇ ਦੁਨੀਆ ਵਿੱਚ ਉਸਨੇ ਭੇਜੇ ਨੇ। ਇੱਕ ਆਪ ਖੁਆਇਆ, ਇੱਕ ਉਹ ਨੇ ਜਿਨ੍ਹਾਂ ਨੂੰ ਉਸਨੇ ਭੁਲਾਇਆ ਹੋਇਆ, ਜਿਹੜੇ ਉਸ ਪਰਮਾਤਮਾ ਨੂੰ ਭੁੱਲ ਕੇ ਬੈਠੇ। ਹੁਣ ਪੈਦਾ ਦੋਵੇਂ ਪਰਮਾਤਮਾ ਨੇ ਕੀਤੇ ਨੇ। ਜਿਵੇਂ ਇੱਕ ਮਾਂ ਬਾਪ ਦੇ ਦੋ ਪੁੱਤਰ ਨੇ, ਇੱਕ ਚੋਰ ਬਣ ਗਿਆ, ਡਾਕੂ ਬਣ ਗਿਆ, ਇੱਕ ਬੰਦਗੀ ਵਾਲਾ, ਭਜਨ ਵਾਲਾ ਬਣ ਗਿਆ, ਪਰ ਹੈ ਤੇ ਇੱਕੇ ਮਾਂ ਬਾਪ ਦੇ। ਉਹਨਾਂ ਦਾ ਸੁਭਾਅ ਕਰਮ ਵੱਖੋ ਵੱਖਰਾ ਹੋ ਗਿਆ। ਇਸੇ ਤਰ੍ਹਾਂ ਗੁਰਮੁਖੋ ਪਰਮਾਤਮਾ ਨੇ ਪੈਦਾ ਤੇ ਸਾਰੇ ਜੀਵ ਹੀ ਕੀਤੇ ਨੇ। ਕਿਸੇ ਨੂੰ ਬੰਦਗੀ ਵਾਲੇ ਪਾਸੇ ਲਾਇਆ ਹੋਇਆ, ਚੰਗੇ ਕਰਮ ਕਰਨ ਵਾਸਤੇ ਲਾਇਆ ਹੋਇਆ, ਕਿਸੇ ਨੂੰ ਪਾਪ ਕਰਮ ਕਰਨ ਵਾਸਤੇ ਲਾਇਆ ਹੋਇਆ। ਸਾਰੇ ਪੈਦਾ ਕੀਤੇ ਹੋਏ ਉਸਦੇ ਹੀ ਨੇ। ਇੱਕ ਨਾ ਭਗਤੀ ਲਾਏ, ਇੱਕ ਉਹ ਨੇ ਜਿਨ੍ਹਾਂ ਨੂੰ ਭਗਤੀ ਵਿੱਚ ਲਾ ਛੱਡਿਆ ਹੈ। ਇੱਕ ਉਹ ਨੇ ਜਿਨ੍ਹਾਂ ਨੂੰ ਉਸਨੇ ਖੁਆਇਆ ਕਿ ਇਹ ਖਰਾਬ ਕੀਤਾ ਹੋਇਆ, ਭੁਲਾਇਆ ਹੋਇਆ, ਤੇ ਉਹ ਭੁੱਲ ਕੇ ਖੱਜਲ ਖੁਆਰ ਹੁੰਦੇ ਪਏ ਸੰਸਾਰ ਵਿੱਚ। ਐਸੀ ਹਾਲਤ ਹੋ ਰਹੀ ਹੈ। ਇੱਕ ਨਾ ਮਾਰਗ ਪਾਏ, ਇੱਕ ਉਜੜ ਪਾਏਂਦਾ। ਉਹ ਨੇ ਗੁਰਮੁਖ ਜਿਨ੍ਹਾਂ ਨੂੰ ਉਸਨੇ ਭਗਤੀ ਦਾ ਰਸਤਾ ਦੱਸਿਆ, ਜਾਂ ਕਹਿ ਲਈਏ ਇੱਕ ਉਹ ਨੇ ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਇਹ ਮੁਕਤੀ ਦਾ ਰਸਤਾ ਵਿਖਾ ਦਿੱਤਾ ਹੈ। ਪਰਮਾਤਮਾ ਨੇ ਇੱਕਨਾਂ ਨੂੰ ਉਸ ਰਸਤੇ ਪਾਇਆ ਜਿਹੜਾ ਰਸਤਾ ਗੁਰੂ ਕੋਲ ਜਾਂਦਾ ਹੈ। ਗੁਰੂ ਦੇ ਕੋਲੋਂ ਦਾਤ ਲੈ ਕੇ ਫਿਰ ਉਹ ਗੁਰਮੁਖ ਜਿਹੜੇ ਨੇ ਪਰਮਾਤਮਾ ਦੀ ਭਗਤੀ ਨੂੰ ਪ੍ਰਾਪਤ ਕਰਦੇ। ਇੱਕ ਤੇ ਉਹ ਗੁਰਮੁਖ ਨੇ, ਇੱਕ ਉਹ ਨੇ ਉਜੜ ਪਾਏਂਦਾ ਜਿਨ੍ਹਾਂ ਨੂੰ ਸੰਸਾਰ ਰੂਪੀ ਉਜਾੜੇ ਵਿੱਚ ਹੀ ਪਾਇਆ ਹੋਇਆ ਹੈ ਕਿ ਤੁਸੀਂ ਵਾਰ-ਵਾਰ ਜਨਮ ਲੈ ਕੇ ਆਉਣਾ, ਮਰ ਕੇ ਜਾਣਾ। ਇੱਕਨਾਂ ਨੂੰ ਵਾਰ-ਵਾਰ ਜਨਮਾਂ ਵਿੱਚ ਘੁਮਾਇਆ ਹੋਇਆ, ਸੰਸਾਰ ਉਜਾੜੇ ਵਿੱਚ ਵਾਰ-ਵਾਰ ਆਉਂਦੇ। ਇੱਕ ਉਹ ਵੀ ਜੀਵ ਨੇ ਤੇ ਇੱਕ ਉਹ ਜੀਵ ਨੇ ਜਿਹੜੇ ਭਗਤੀ ਵਿੱਚ ਲੱਗੇ ਹੋਏ। ਇਹ ਸਾਰੇ ਤੁਸੀਂ ਆਪ ਪੈਦਾ ਕੀਤੇ ਹਨ। ਜਾਂ ਨਾਨਕ ਨਾਮ ਧਿਆਏ, ਗੁਰਮੁਖ ਗੁਣ ਗਾਏਂਦਾ। ਗੁਰੂ ਬਖਸ਼ਿਸ਼ ਕਰਦੇ ਜਿਹੜੇ ਗੁਰਮੁਖ ਨੇ ਭਾਈ, ਮੁਖੀ ਗੁਰਾਂ ਨੂੰ ਜਿਹੜੇ ਪ੍ਰਾਪਤ ਹੋਏ, ਉਹ ਫਿਰ ਸਤਿਗੁਰਾਂ ਦੇ ਕੋਲੋਂ ਨਾਮ ਲੈ ਕੇ ਉਹ ਗੁਰਮੁਖ ਨਾਮ ਜਪਦੇ ਨੇ। ਜਾਂ ਨਾਨਕ ਨਾਮ ਧਿਆਏ, ਜਿਹੜੇ ਜਨ ਗੁਰਮੁਖ ਨੇ ਨਾ ਭਗਤ, ਉਹ ਨਾਮ ਨੂੰ ਧਿਆਉਂਦੇ। ਕਿਵੇਂ ਧਿਆਉਂਦੇ ਨੇ? ਗੁਰਮੁਖ ਗੁਣ ਗਾਏਂਦਾ। ਮੁਖੀ ਗੁਰਾਂ ਦੇ ਕੋਲ ਜਾ ਕੇ ਨਾਮ ਦਾ ਉਪਦੇਸ਼ ਲੈ ਕੇ ਉਸ ਉਪਦੇਸ਼ ਦੇ ਗੁਣਾਂ ਨੂੰ ਗਾਇਨ ਕਰਦੇ ਨੇ।
ਪੜ੍ਹਦੇ ਨੇ ਸਤਿਗੁਰਾਂ ਦੀ ਬਾਣੀ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਹੋ ਸੱਚੀ ਬਾਣੀ। ਐਸੀ ਬਾਣੀ ਨੂੰ ਗੁਰਮੁਖ ਦਿਨੇ ਰਾਤ ਪੜ੍ਹਦੇ ਤੇ ਗਾਉਂਦੇ ਹਨ। ਸ਼ਲੋਕ ਮਹਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ। ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ, ਭਾਈ ਗੁਰੂ ਦੀ ਕੀਤੀ ਹੋਈ ਸੇਵਾ ਕਦੇ ਨਾ ਵਿਅਰਥ ਨਹੀਂ ਜਾਂਦੀ ਹੈ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਗੁਰਮੁਖੋ ਇੱਕ ਤਿਲ ਮਾਤਰ ਜਿੰਨੀ ਕੀਤੀ ਸੇਵਾ ਇਹ ਵਿਅਰਥ ਨਹੀਂ ਜਾਏਗੀ। ਸੋ ਸਤਿਗੁਰੂ ਕੀ ਸੇਵਾ ਸਫਲ ਹੈ। ਗੁਰੂ ਦੀ ਕੀਤੀ ਹੋਈ ਸੇਵਾ ਹਮੇਸ਼ਾ ਸਫਲ ਹੀ ਹੁੰਦੀ ਹੈ। ਜੇ ਕੋ ਕਰੇ ਚਿਤ ਲਾਏ। ਗੁਰਮੁਖਾ ਸੇਵਾ ਕਰਦਿਆਂ ਤੇਰਾ ਚਿੱਤ ਵਿੱਚ ਲੱਗਾ ਹੋਣਾ ਚਾਹੀਦਾ। ਭਾਵਨਾ ਨਾਲ ਸੇਵਾ ਕਰੇ, ਸੇਵਾ ਵਿਖਾ ਕੇ ਨਾ ਕਰੇ ਵੀ ਹੁਣ ਦੁਨੀਆ ਵੇਖਦੀ ਹੈ ਤੇ ਮੈਂ ਹੁਣ ਸੇਵਾ ਕਰਨ ਲੱਗ ਪਵਾਂ, ਹੁਣ ਕੋਈ ਚਲਾ ਗਿਆ ਤੇ ਹੁਣ ਮੈਂ ਸੇਵਾ ਛੱਡ ਦੇਵਾਂ। ਇਹ ਸੇਵਾ ਦੁਨੀਆ ਨੂੰ ਵਿਖਾ ਕੇ ਕਰਨ ਵਾਲੀ ਨਹੀਂ ਹੈ। ਇਹ ਸੇਵਾ ਤੇ ਕਰਨੀ ਹੈ ਗੁਰੂ ਨੂੰ ਖੁਸ਼ ਕਰਨ ਵਾਸਤੇ, ਗੁਰੂ ਨੂੰ ਪ੍ਰਸੰਨ ਕਰਨ ਵਾਸਤੇ। ਜਿਨ੍ਹਾਂ ਗੁਰਮੁਖਾਂ ਨੇ ਸੇਵਾ ਕੀਤੀ ਹੈ ਚਿੱਤ ਲਾ ਕੇ, ਉਹਨਾਂ ਗੁਰਮੁਖਾਂ ਦੀ ਕੀਤੀ ਹੋਈ ਸੇਵਾ ਸਫਲੀ ਹੈ। ਤੇ ਗੁਰਮੁਖੋ ਚਿੱਤ ਲਾ ਕੇ ਸੇਵਾ ਕੀਤੀ ਨਾ ਭਾਈ ਜੈਤਾ ਜੀ, ਸੇਵਾ ਕਰਕੇ ਸਫਲੇ ਹੋ ਗਏ। ਸੇਵਾ ਕੀਤੀ ਭਾਈ ਮੰਝ ਵਰਗੇ, ਭਾਈ ਵਿਧੀ ਚੰਦ ਵਰਗਿਆਂ ਨੇ ਸਫਲੇ ਹੋ ਗਏ। ਐਸੇ ਗੁਰਮੁਖ ਜਿਨ੍ਹਾਂ ਨੇ ਚਿੱਤ ਲਾ ਕੇ ਭਾਵਨਾ ਨਾਲ, ਸ਼ਰਧਾ ਨਾਲ ਗੁਰੂ ਦੀ ਔਰ ਗੁਰੂ ਦੀ ਸੰਗਤ ਦੀ ਸੇਵਾ ਕੀਤੀ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਸਫਲੇ ਹੋ ਜਾਂਦੇ ਹਨ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਉਹਨਾਂ ਨੇ ਹਉਮੈ ਨੂੰ ਵਿੱਚੋਂ ਗਵਾ ਕੇ, ਹੰਕਾਰ ਨੂੰ ਗਵਾ ਕੇ ਪਰੇ ਕਰਕੇ ਸੇਵਾ ਕੀਤੀ ਹੈ। ਕਈ ਵਾਰੀ ਅਸੀਂ ਸੇਵਾ ਕਰਕੇ ਮਾਣ ਨੂੰ ਪ੍ਰਾਪਤ ਹੋ ਜਾਂਦੇ, ਮਾਣ ਆ ਜਾਂਦਾ ਕਿ ਮੈਂ ਬੜੀ ਸੇਵਾ ਕਰਦਾ, ਮੈਂ ਇਹ ਕੰਮ ਕੀਤਾ, ਮੈਂ ਇਹ ਕੰਮ ਕੀਤਾ। ਅਸੀਂ ਗਿਣਾਉਣ ਲੱਗ ਜਾਂਦੇ, ਗਿਣਤੀ ਮਿਣਤੀ ਵਿੱਚ ਪੈ ਜਾਂਦੇ। ਕਈ ਵਾਰੀ ਹਉਮੈ ਆ ਜਾਂਦੀ ਹੈ ਵੀ ਮੇਰੇ ਬਾਅਦ ਤੇ ਕਾਰਜ ਹੋ ਹੀ ਨਹੀਂ ਸਕਦਾ ਹੈ। ਜਿਵੇਂ ਆਪਾਂ ਕੱਲ ਵੀ ਇਹ ਬਚਨ ਸਰਵਣ ਕੀਤਾ, ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਆਖਿਆ ਨਾ ਵੀ ਤੁਹਾਡੇ ਤਾਇਆ ਜੀ ਦਾ ਪੁੱਤਰ ਜੀ ਵਿਆਹ ਹੈ ਭਾਈ ਸਾਹਿਬ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਪੁੱਤਰ ਵੱਡੇ ਬਾਬਾ ਪ੍ਰਿਥੀ ਚੰਦ ਜੀ ਨੂੰ ਆਖਿਆ, ਕਹਿਣ ਲੱਗੇ ਵੱਡੇ ਤੁਹਾਡੇ ਤਾਇਆ ਜੀ ਦੇ ਪੁੱਤਰ ਦਾ ਵਿਆਹ ਆਪ ਜੀ ਜਾਓ। ਉਹਨਾਂ ਨੇ ਕੀ ਜਵਾਬ ਦਿੱਤਾ? ਕਹਿਣ ਲੱਗੇ ਨਹੀਂ ਮਹਾਰਾਜ ਮੈਂ ਨਹੀਂ ਜਾ ਸਕਦਾ। ਕਿਉਂ ਨਹੀਂ ਜਾ ਸਕਦੇ? ਕਹਿਣ ਲੱਗਾ ਮਹਾਰਾਜ ਮੇਰੇ ਬਿਨਾਂ ਤੇ ਗੁਰੂ ਘਰ ਦੇ ਕੰਮ ਨਹੀਂ ਚੱਲਣੇ, ਇਹ ਮੈਂ ਹੀ ਚਲਾ ਸਕਦਾ, ਮੈਂ ਹੀ ਸਾਰੀਆਂ ਸੇਵਾਵਾਂ ਕਰਦਾ, ਮੈਨੂੰ ਪ੍ਰਬੰਧ ਕਰਨਾ ਆਉਂਦਾ ਹੈ, ਮੈਨੂੰ ਸੇਵਾ ਕਰਨੀ ਆਉਂਦੀ ਹੈ। ਜੇ ਮੈਂ ਚਲਾ ਗਿਆ ਤੇ ਇਹ ਸਾਰੇ ਕੰਮ ਖੜ ਜਾਣਗੇ, ਕੰਮ ਚੱਲਣਾ ਹੀ ਕੋਈ ਨਹੀਂ ਹੈ। ਇਹ ਸਾਰਾ ਕੁਝ ਮੇਰੇ ਸਿਰ ਦੇ ਉੱਪਰ ਹੀ ਹੈ, ਮੈਂ ਹੀ ਕਰਵਾ ਸਕਦਾ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਸੁਣੇ ਬਚਨ, ਕਹਿਣ ਲੱਗੇ ਪੁੱਤਰ ਕੋਈ ਗੱਲ ਨਹੀਂ, ਕਿਸੇ ਹੋਰ ਸੇਵਾਦਾਰ ਨੂੰ ਆਪਾਂ ਸੇਵਾ ਦੇ ਦਿਆਂਗੇ, ਉਹ ਸਾਂਭ ਲਵੇਗਾ। ਇਹ ਵਿਆਹ ਦਾ ਕਾਰਜ ਪਰਿਵਾਰਕ ਕਾਰਜ ਹੈ, ਇਹ ਆਪਾਂ ਨੂੰ ਕਰਨ ਵਾਸਤੇ ਜਾਣਾ ਪੈਣਾ। ਜਦੋਂ ਦੂਜੀ ਵਾਰੀ ਬਚਨ ਹੋਇਆ, ਬਾਬਾ ਪ੍ਰਿਥੀ ਚੰਦ ਨੇ ਫਿਰ ਜਵਾਬ ਦਿੱਤਾ, ਕਹਿਣ ਲੱਗੇ ਨਹੀਂ ਮਹਾਰਾਜ ਸੇਵਾਦਾਰ ਵਿਚਾਰਾ ਕੀ ਕਰੇਗਾ, ਉਹਨੂੰ ਕੀ ਪਤਾ ਵੀ ਕਿਹਦੇ ਕੋਲੋਂ ਕਿੰਨੇ ਪੈਸੇ ਲੈਣੇ ਨੇ, ਕਿਹਨੂੰ ਕਿੰਨੇ ਪੈਸੇ ਦੇਣੇ ਨੇ। ਨਹੀਂ, ਸੇਵਾਦਾਰਾਂ ਦੇ ਵੱਸ ਦੀ ਗੱਲ ਨਹੀਂ ਹੈ। ਇਹ ਹਿਸਾਬ ਕਿਤਾਬ, ਇਹ ਜੋੜ ਘਟਾਓ, ਇਹ ਸਾਰੇ ਮੈਨੂੰ ਹੀ ਕਰਨੇ ਆਉਂਦੇ। ਸਾਰਿਆਂ ਦਾ ਮੈਨੂੰ ਪਤਾ ਕਿੰਨਾ ਲੈਣਾ, ਕਿੰਨਾ ਦੇਣਾ, ਕੀ ਪ੍ਰਬੰਧ ਕਰਨਾ। ਮਹਾਰਾਜ ਮੇਰੇ ਬਿਨਾਂ ਇਹ ਕੰਮ ਖੜ ਜਾਣੇ, ਇਸ ਕਰਕੇ ਇਹਨਾਂ ਕੰਮਾਂ ਨੂੰ ਕੇਵਲ ਮੈਂ ਹੀ ਕਰ ਸਕਦਾ ਹਾਂ। ਇਹ ਗੱਲਾਂ ਕਹਿ ਕੇ ਜਵਾਬ ਦੇ ਦਿੱਤਾ। ਮਨ ਵਿੱਚ ਮਾਣ ਹੈ ਵੀ ਮੇਰੇ ਬਿਨਾਂ ਕਰ ਕੋਈ ਨਹੀਂ ਸਕਦਾ ਹੈ, ਮੈਂ ਨਾ ਹੋਵਾਂ ਤੇ ਇਹ ਕੰਮ ਖੜ ਜਾਣਗੇ, ਹੋਣਗੇ ਨਹੀਂ। ਮਹਾਰਾਜ ਕਹਿਣ ਲੱਗੇ ਨਹੀਂ, ਐਸੀ ਭਾਵਨਾ ਨਾ ਬਣਾ ਕਿ ਤੇਰੇ ਮਨ ਵਿੱਚ ਹਉਮੈ ਆ ਜਾਵੇ। ਕੰਮ ਵੀ ਕਰਦਾ ਪਿਆ, ਨਾਲ ਹਉਮੈ ਵੀ ਚੱਕੀ ਬੈਠਾ ਕਿ ਮੈਂ ਹੀ ਕੀਤਾ, ਮੈਂ ਨਾ ਹੁੰਦਾ ਤੇ ਹੋਣਾ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਚਨ ਇਹ, ਮਨ ਚਿੰਦਿਆ ਫਲ ਪਾਵਨਾ, ਹਉਮੈ ਵਿੱਚੋਂ ਜਾਏ। ਜੇ ਤੂੰ ਹਉਮੈ ਨੂੰ ਵਿੱਚੋਂ ਗਵਾ ਕੇ ਪਰੇ ਕਰਕੇ ਸੇਵਾ ਕਰੇਗਾ ਤੇ ਫਿਰ ਤੈਨੂੰ ਮਨ ਇੱਛਤ ਫਲ ਪ੍ਰਾਪਤ ਹੋਵੇਗਾ। ਪਰ ਜੇ ਸੇਵਾ ਕਰਕੇ ਮਨ ਇੱਛਤ ਫਲ ਨਾ ਮਿਲਿਆ ਤੇ ਫਿਰ ਇਹ ਗੱਲ ਸਮਝ ਲਾ ਵੀ ਤੇਰੇ ਮਨ ਵਿੱਚ ਕਿਤੇ ਨਾ ਕਿਤੇ ਹਉਮੈ ਜ਼ਰੂਰ ਹੈ, ਹੰਕਾਰ ਜ਼ਰੂਰ ਹੈ, ਜਿਹੜਾ ਤੈਨੂੰ ਪੂਰਾ ਪ੍ਰਵਾਨ ਨਹੀਂ ਹੋਣ ਦੇ ਰਿਹਾ। ਇਸ ਕਰਕੇ ਸੇਵਾ ਕਰਨੀ ਹੈ ਗੁਰੂ ਦੀ ਚਿੱਤ ਲਾ ਕੇ ਔਰ ਹਉਮੈ ਨੂੰ ਪਰੇ ਕਰਕੇ, ਹੰਕਾਰ ਨੂੰ ਪਰੇ ਕਰਕੇ। ਬਾਬਾ ਪ੍ਰਿਥੀ ਚੰਦ ਵਰਗਾ ਸੁਭਾਅ ਨਾ ਬਣ ਜਾਵੇ ਵੀ ਮੇਰੇ ਬਿਨਾਂ ਤੇ ਕਰ ਹੀ ਨਹੀਂ ਸਕਦਾ ਜਾਂ ਹੋ ਨਹੀਂ ਸਕਦਾ ਹੈ। ਮਹਾਰਾਜ ਕਹਿੰਦੇ ਨਹੀਂ, ਇਹ ਤੇ ਗੁਰੂ ਨਾਨਕ ਦਾ ਘਰ ਹੈ ਭਾਈ, ਇੱਥੇ ਤੇ ਬੜੇ ਬੜੇ ਸੇਵਾਦਾਰ, ਭਾਵਨਾ ਵਾਲੇ ਗੁਰਮੁਖ, ਇਹ ਕਾਰਜ ਕਰਨ ਵਾਲੇ ਬੈਠੇ ਹੋਏ। ਮਹਾਰਾਜ ਕਹਿਣ ਲੱਗੇ ਮਨ ਚਿੰਦਿਆ ਫਲ ਪਾਵਨਾ, ਮਨ ਇੱਛਤ ਫਲ ਪਾਵੇਂਗਾ, ਪਰ ਪਾਵੇਂਗਾ ਉਦੋਂ
ਹਉਮੈ ਵਿੱਚੋਂ ਜਾਏ। ਜਦੋਂ ਵਿੱਚੋਂ ਹਉਮੈ ਗਵਾ ਲਈ, ਹੰਕਾਰ ਮਾਨ ਗਵਾ ਲਿਆ, ਉਦੋਂ ਕੀਤੀ ਸੇਵਾ ਸਫਲੀ ਹੋ ਜਾਣੀ ਹੈ। ਬੰਧਨ ਤੋੜਾ ਮੁਕਤ ਹੋਏ। ਫਿਰ ਗੁਰਮੁਖ ਦੇ ਸਾਰੇ ਬੰਧਨ ਗੁਰਮੁਖੋਂ ਟੁੱਟ ਜਾਣਗੇ। ਇਹ ਪਰਿਵਾਰਕ ਬੰਧਨ ਪਏ ਹੋਏ, ਇਹ ਵਿਕਾਰਾਂ ਦੇ ਬੰਧਨ ਪਏ ਹੋਏ, ਰਿਸ਼ਤੇਦਾਰੀਆਂ ਦੇ ਬੰਧਨ ਪਏ ਹੋਏ, ਇਹ ਸੰਸਾਰ ਦੇ ਪਏ ਹੋਏ ਬੰਧਨ, ਬਿਮਾਰੀਆਂ ਦੇ ਪਏ ਹੋਏ ਬੰਧਨ, ਇਹ ਸਾਰੇ ਬੰਧਨ ਗੁਰੂ ਤੋੜ ਦਿੰਦਾ ਹੈ। ਬੰਧਨ ਤੋੜੈ ਮੁਕਤ ਹੋਏ। ਸਾਰੇ ਬੰਧਨਾਂ ਨੂੰ ਤੋੜ ਕੇ ਗੁਰੂ ਪਾਤਸ਼ਾਹ ਐਸੇ ਸਿੱਖ ਨੂੰ ਮੁਕਤ ਕਰ ਦਿੰਦੇ, ਉਹ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ। ਸੱਚੇ ਰਹਿ ਸਮਾਏ। ਜਿਹੜਾ ਸੱਚੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਆਪਣੇ ਆਪ ਨੂੰ ਜਿਹਨੇ ਸੰਭਾਲਿਆ, ਜਿਹਨੇ ਆ ਭੇਦ ਕਰ ਲਿਆ ਨਾ ਹੁਕਮ ਦੇ ਵਿੱਚ, ਕਿ ਸਾਰਾ ਕੁਝ ਹੁਕਮ ਦੇ ਵਿੱਚ ਹੀ ਹੈ, ਜਿਹਨੇ ਹੁਕਮ ਬੁੱਝ ਲਿਆ ਨਾ, ਹੁਕਮ ਨੂੰ ਜਾਣ ਲਿਆ। ਮਹਾਰਾਜ ਕਹਿਣ ਲੱਗੇ ਹੁਕਮ ਦੇ ਵਿੱਚ ਸਮਾਉਣ ਵਾਲੇ ਜਿਹੜੇ ਗੁਰਮੁਖ ਨੇ, ਉਹਨਾਂ ਦੇ ਸਾਰੇ ਬੰਧਨ ਟੁੱਟ ਜਾਂਦੇ ਹਨ। ਇਹ ਜਗ ਮੈਂ ਨਾਮ ਅਲੱਭ ਹੈ। ਗੁਰਮੁਖੋ, ਇਹ ਸੰਸਾਰ ਵਿੱਚ ਨਾਮ ਅਲੱਭ ਵਸਤੂ ਹੈ। ਅਲੱਭ ਵਸਤੂ ਉਹ ਹੁੰਦੀ ਹੈ ਜਿਹੜੀ ਕਿਤਿਓਂ ਲੱਭੇ ਨਾ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਦੁਰਲੱਭ, ਜਿਹੜੀ ਕਿਤਿਓਂ ਦੁਕਾਨ ਤੋਂ, ਕਿਤਿਓਂ ਬਾਜ਼ਾਰ ਤੋਂ, ਕਿਸੇ ਦੇਸ਼ ਤੋਂ ਜਾਂ ਵਿਦੇਸ਼ ਤੋਂ ਪ੍ਰਾਪਤ ਨਾ ਹੋਵੇ, ਉਸ ਨੂੰ ਕਿਹਾ ਜਾਂਦਾ ਦੁਰਲੱਭ। ਜਿਵੇਂ ਇਹ ਸਾਡਾ ਮਨੁੱਖਾ ਸਰੀਰ ਹੈ, ਇਹ ਮਨੁੱਖਾ ਸਰੀਰ ਕਿਸੇ ਦੁਕਾਨ ਤੋਂ ਨਹੀਂ ਲੱਭਾ ਸਾਨੂੰ, ਜਾਂ ਕਿਸੇ ਵੈਦ ਨੇ, ਹਕੀਮ ਨੇ, ਡਾਕਟਰ ਨੇ, ਜਾਂ ਕਿਸੇ ਸਾਇੰਸਦਾਨ ਨੇ ਇਹ ਸਾਨੂੰ ਸਰੀਰ ਨਹੀਂ ਬਣਾ ਕੇ ਦਿੱਤਾ। ਭਾਵੇਂ ਕਿ ਅਸੀਂ ਯਤਨ ਕਰਦੇ ਹਾਂ, ਭੱਜਦੇ ਦੌੜਦੇ ਬਹੁਤ ਹਾਂ ਕਿ ਸਾਨੂੰ ਬੱਚੇ ਸੰਤਾਨ ਦੀ ਪ੍ਰਾਪਤੀ ਹੋਵੇ। ਅਸੀਂ ਨਾਮਵਰ ਵਿਅਕਤੀਆਂ ਕੋਲ ਜਾਈਦਾ ਦਵਾਈ ਲੈਣ ਵਾਸਤੇ, ਇਲਾਜ ਕਰਾਉਣ ਵਾਸਤੇ, ਪਰ 100% ਗਰੰਟੀ ਕਿਸੇ ਕੋਲ ਨਹੀਂ ਹੈ ਵੀ ਮੈਂ ਇਹ ਤੇਰਾ ਕਾਰਜ ਸਿਰੇ ਚੜ੍ਹ ਦਿਆਂਗਾ। ਨਹੀਂ, ਇਹ ਦੁਰਲੱਭ ਵਸਤੂ ਪ੍ਰਮਾਤਮਾ ਦੇ ਹੱਥ ਵਿੱਚ ਹੀ ਹੈ। ਇਸ ਕਰਕੇ ਸਰੀਰ ਨੂੰ ਦੁਰਲੱਭ ਆਖਿਆ ਹੈ। ਦੁਨੀਆ ਦੇ ਸਾਰੇ ਯਤਨ ਕਰਨ ਦੇ ਨਾਲ ਵੀ ਕਿਸੇ ਕੋਲੋਂ ਇਹ ਤਨ ਸਰੀਰ ਪ੍ਰਾਪਤ ਹੁੰਦਾ ਨਹੀਂ ਹੈ। ਭਾਵੇਂ ਕਿ ਦੁਨੀਆ ਬੜੇ ਵੱਡੇ ਦਾਅਵੇ ਕਰਦੀ ਹੈ ਕਿ ਮੇਰੇ ਕੋਲ ਆਓ, ਮੈਂ ਇਹੋ ਜਿਹਾ ਮੰਤਰ ਪੜਾਂਗਾ, ਤੁਹਾਨੂੰ ਧੀ ਦੀ ਜਗ੍ਹਾ ਤੇ ਪੁੱਤਰ ਹੀ ਪ੍ਰਾਪਤ ਹੋਵੇਗਾ, ਮੈਂ ਇਹੋ ਜੀ ਦਵਾਈ ਦੇਵਾਂਗਾ, ਇਹੋ ਜਿਹਾ ਦਿਨ ਦੱਸਾਂਗਾ ਕਿ ਤੁਹਾਨੂੰ ਪੁੱਤਰ ਹੀ ਪ੍ਰਾਪਤ ਹੋਵੇਗਾ। ਇਹ ਦੁਨੀਆ ਦੇ ਖੋਖਲੇ ਵਾਅਦੇ ਨੇ, ਝੂਠੇ ਵਾਅਦੇ ਨੇ। ਹੱਥ ਵਿੱਚ ਕਿਸੇ ਦੇ ਕੁਝ ਨਹੀਂ ਹੈ। ਇਹ ਸਭ ਕੁਝ ਪ੍ਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਉਹਨੇ ਕੀ ਕਰਨਾ, ਕਦੋਂ ਕਰਨਾ, ਇਹ ਉਦੋਂ ਹੀ ਹੋ ਕੇ ਰਹਿਣਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ, ਭਾਈ ਇਹ ਸੰਸਾਰ ਦੇ ਵਿੱਚ ਸਰੀਰ ਵੀ ਗੁਰਮੁਖੋ ਦੁਰਲੱਭ ਹੀ ਹੈ। ਨਾ ਕਿਸੇ ਦੁਕਾਨ ਤੋਂ, ਨਾ ਕਿਸੇ ਵੈਦ, ਹਕੀਮ, ਸਾਇੰਸਦਾਨ ਜਾਂ ਡਾਕਟਰ ਕੋਲੋਂ ਜਾ ਕੇ ਇਹ ਤੁਹਾਨੂੰ ਸਰੀਰ ਮਿਲੇਗਾ ਨਹੀਂ। ਹਾਂ, ਮਿਲਿਆ ਹੋਇਆ ਸਰੀਰ ਵੱਢ ਦੇ ਭਾਵੇਂ ਅਗਲਾ ਦੇ, ਕੱਟ ਦੇਗਾ, ਆ ਤੇਰਾ ਅੰਗ ਖਰਾਬ ਹੋ ਗਿਆ, ਵੱਢਣਾ ਪਵੇਗਾ, ਵੱਢਿਆ ਤੇ ਜਾ ਸਕਦਾ, ਪਰ ਇਹ ਸਰੀਰ ਪ੍ਰਾਪਤ ਨਹੀਂ ਕਿਤੇੋਂ ਵੀ ਹੁੰਦਾ, ਦੁਰਲੱਭ ਹੈ। ਸਰੀਰ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਪਰਮਾਤਮਾ ਕਿਰਪਾ ਕਰੇ, ਬਖਸ਼ਿਸ਼ ਕਰੇ, ਫਿਰ ਇਹ ਸਰੀਰ ਮਿਲਦਾ ਹੈ। ਇਸੇ ਤਰ੍ਹਾਂ ਗੁਰਮੁਖੋ ਨਾਮ ਵੀ ਜਿਹੜਾ ਹੈ ਇਹ ਦੁਰਲੱਭ ਹੈ। ਨਾਮ ਵੀ ਕਿਸੇ ਦੁਕਾਨ ਤੋਂ ਜਾ ਕੇ, ਕਿਸੇ ਬਾਜ਼ਾਰ ਤੋਂ ਜਾ ਕੇ, ਦੇਸ਼ ਵਿਦੇਸ਼ ਤੋਂ ਜਾ ਕੇ, ਜਿੰਨੀ ਮਰਜ਼ੀ ਤੁਹਾਡੇ ਕੋਲ ਮਾਇਆ ਹੈ, ਇਹ ਨਾਮ ਵੀ ਖਰੀਦਿਆ ਨਹੀਂ ਜਾਂਦਾ। ਦੁਰਲੱਭ ਵਸਤੂ ਨਾਮ ਵੀ ਹੈ। ਇਹ ਕਿੱਥੇ ਪਈ ਹੋਈ ਹੈ? ਇਹ ਨਾਮ ਰੂਪੀ ਵਸਤੂ ਗੁਰੂ ਕੋਲ ਪਈ ਹੋਈ ਹੈ। ਸਤਿਗੁਰਾਂ ਨੇ ਆਪਣੇ ਖਜ਼ਾਨੇ ਵਿੱਚ ਇਸ ਨਾਮ ਨੂੰ ਸਾਂਭ ਕੇ ਰੱਖਿਆ ਹੈ। ਜਿਹਦੇ ਤੇ ਮਹਾਰਾਜ ਖੁਸ਼ ਹੁੰਦੇ ਉਹਨੂੰ ਫਿਰ ਇਹ ਦਾਤ ਦਿੰਦੇ। ਇਸ ਜਗ ਮੈਂ ਨਾਮ ਅਲੱਭ ਹੈ। ਇਸ ਦੁਨੀਆ ਵਿੱਚ ਨਾਮ ਲੱਭਣਾ ਭਾਈ ਬੜਾ ਦੁਰਲੱਭ ਹੈ। ਇਹ ਸਾਰਿਆਂ ਦੇ ਕੋਲ ਨਹੀਂ। ਪਖੰਡੀ ਗੁਰੂ ਦਾਵਾ ਜ਼ਰੂਰ ਕਰਦੇ, ਪਖੰਡੀ ਸਾਧ ਦਾਵਾ ਜ਼ਰੂਰ ਕਰਦੇ ਕਿ ਮੇਰੇ ਕੋਲ ਆਓ, ਮੈਂ ਨਾਮ ਦੇਵਾਂਗਾ, ਪਰ ਪਖੰਡੀਆਂ ਕੋਲ ਪਖੰਡ ਤੋਂ ਬਿਨਾ ਕੁਝ ਨਹੀਂ ਹੈ। ਇਹ ਦੁਰਲੱਭ ਵਸਤੂ ਤੇ ਗੁਰਮੁਖੋ ਗੁਰੂ ਦੇ ਕੋਲ ਹੈ, ਉਹਨਾਂ ਦੇ ਕੋਲੋਂ ਨਾਮ ਮਿਲਦਾ ਹੈ। ਗੁਰਮੁਖ ਵਸੈ ਮਨ ਆਏ। ਇਹ ਨਾਮ ਵਸਦਾ ਵੀ ਗੁਰਮੁਖਾਂ ਦੇ ਮਨ ਵਿੱਚ ਹੀ ਹੈ। ਜਿਹੜੇ ਗੁਰਮੁਖ ਬਣੇ, ਜਿਨ੍ਹਾਂ ਨੇ ਆਪਣਾ ਮੁਖ ਗੁਰੂ ਵੱਲ ਕੀਤਾ ਹੈ, ਅਤੇ ਗੁਰੂ ਵੀ ਫਿਰ ਗੁਰਮੁਖ ਹੋਵੇ, ਗੁਰੂ ਵੀ ਕਹਿਣੀ ਕਰਨੀ ਦਾ ਪੂਰਾ ਹੋਵੇ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਗੁਰੂ ਵੀ ਇਹੋ ਜਿਹਾ ਹੋਵੇ ਪਰਮੇਸ਼ਰ ਦੀ ਪ੍ਰਾਪਤੀ ਵਾਲਾ, ਫਿਰ ਉਸ ਗੁਰੂ ਦਾ ਦਿੱਤਾ ਹੋਇਆ ਨਾਮ ਗੁਰਮੁਖਾਂ ਦੇ ਹਿਰਦੇ ਵਿੱਚ ਵਸ ਜਾਂਦਾ, ਆ ਕੇ ਸਮਾ ਜਾਂਦਾ ਹੈ। ਨਾਨਕ ਜੋ ਗੁਰ ਸੇਵੈ ਆਪਣਾ। ਜਿਹੜੇ ਗੁਰਮੁਖ ਆਪਣੇ ਗੁਰੂ ਦੀ ਸੇਵਾ ਕਰਦੇ, ਭਾਈ ਇਹ ਸੇਵਾ ਕਰਨੀ ਬੜੀ ਜ਼ਰੂਰੀ ਹੈ। ਜਿਹੜੇ ਆਪਣੇ ਗੁਰੂ ਦੀ, ਗੁਰੂ ਘਰ ਦੀ ਜਾਂ ਗੁਰੂ ਸੰਗਤ ਦੀ
सेवा करदे ऐसे जिहड़े गुरमुख हन हो तिन बलहारै जाओ। ਉਹਨਾਂ ਤੋਂ ਭਾਈ ਬਲਿਹਾਰ ਕੁਰਬਾਨ ਸਦਕੇ ਜਾਈਏ, ਵਾਰੀ ਜਾਈਏ ਉਹਨਾਂ ਗੁਰਮੁਖਾਂ ਤੋਂ ਜਿਹੜੇ ਗੁਰੂ ਦੀ ਸੇਵਾ ਕਰਦੇ। ਗੁਰੂ ਕੀਆਂ ਸੰਗਤਾਂ ਬੜੀਆਂ ਪ੍ਰੇਮ ਨੇਮ ਵਾਲੀਆਂ। ਮਹਾਰਾਜ ਸਾਹਿਬ ਜੀਆਂ ਦੇ ਬਸਤਰ ਜਦੋਂ ਉਤਰਦੇ ਨਾ ਅੰਮ੍ਰਿਤ ਵੇਲੇ ਸੁਖਾਸਨ ਵਾਲੇ, ਸੋ ਮਾਈ ਭਾਈ ਗੁਰਮੁਖ ਪਹਿਲਾਂ ਹੀ ਖਲੋਤੇ ਹੋਏ, ਇਹ ਗੁਰੂ ਦੇ ਬਸਤਰਾਂ ਦੀ ਸੇਵਾ ਮੈਨੂੰ ਮਿਲ ਜਾਵੇ, ਮੈਂ ਸੇਵਾ ਕਰ ਲਵਾਂ ਆਪਣੇ ਘਰ ਦੇ ਵਿੱਚ ਲਿਜਾ ਕੇ। ਸ਼ਾਮ ਨੂੰ ਜਦੋਂ ਬਸਤਰ ਬਦਲੇ ਜਾਂਦੇ ਫਿਰ ਗੁਰੂ ਕੇ ਸਿੱਖ ਪਿਆਰੇ ਮਹਾਰਾਜ ਦੇ ਬਸਤਰਾਂ ਦੀ ਸੇਵਾ ਲੈਣ ਵਾਲੇ ਖਲੋਤੇ ਹੋਏ। ਇਹ ਰਮਾਲਾ ਸਾਹਿਬ ਧੋਣ ਦੀ ਸੇਵਾ ਮੈਨੂੰ ਮਿਲ ਜਾਵੇ, ਇਹ ਸੁਖਾਸਨ ਦੇ ਬਸਤਰ ਇਹਨਾਂ ਦੀ ਸੇਵਾ ਮੈਨੂੰ ਮਿਲ ਜਾਵੇ। ਇਹ ਗੁਰੂ ਦੀ ਸੇਵਾ ਸਫਲੀ ਹੈ ਨਾ, ਸਤਿਗੁਰੂ ਕੀ ਸੇਵਾ ਸਫਲ ਹੈ। ਇਸੇ ਤਰ੍ਹਾਂ ਫਿਰ ਪ੍ਰੇਮੀ ਨੇਮੀ ਸੰਗਤਾਂ ਗੁਰੂ ਘਰ ਦੀਆਂ ਗੁਰੂ ਦਰਬਾਰ ਦੀ ਸੇਵਾ ਕਰਨ ਵਾਸਤੇ ਖਲੋਤੀਆਂ ਹੋਈਆਂ। ਕੋਈ ਝਾੜੂ ਦੀ ਸੇਵਾ ਕਰਦਾ ਹੈ, ਕੋਈ ਸਾਫ ਸਫਾਈ ਦੀ ਪੋਚੇ ਦੀ ਸੇਵਾ ਕਰਦਾ ਪਿਆ, ਕੋਈ ਗੁਰੂ ਘਰ ਵਿੱਚ ਬਸਤਰ ਦੇਣ ਦੀ ਸੇਵਾ ਕਰਦਾ ਹੈ ਕਿ ਆ ਮੇਰੇ ਵੱਲੋਂ ਆਹ ਸੇਵਾ ਹੈ, ਮੇਰੇ ਵੱਲੋਂ ਆਹ ਸੇਵਾ ਹੈ। ਐਸੀ ਸੇਵਾ ਗੁਰੂ ਕੀ ਸੰਗਤ ਗੁਰੂ ਦਰਬਾਰ ਦੀ ਕਰਦੀ ਹੈ। ਔਰ ਕੁਝ ਸੰਗਤਾਂ ਉਹ ਨੇ ਪ੍ਰੇਮ ਭਾਵਨਾ ਵਾਲੀਆਂ ਜੋ ਸਤਿਗੁਰਾਂ ਦੀ ਸੰਗਤ ਨੂੰ ਗੁਰੂ ਦਾ ਰੂਪ ਜਾਣ ਕੇ ਅਤੇ ਭੋਜਨ ਦੀ ਸੇਵਾ ਕਰਦੇ, ਗੁਰਮੁਖ ਜਲ ਦੀ ਸੇਵਾ ਕਰਦੇ। ਇਸੇ ਤਰ੍ਹਾਂ ਉਹ ਸੇਵਾ ਵਿੱਚ ਲੱਗੇ ਹੋਏ। ਭਾਈ ਇਹ ਸੇਵਾ ਕੀਤੀਆਂ ਸਫਲੀਆਂ ਨੇ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਨਾਨਕ ਜੋ ਗੁਰ ਸੇਵਾ ਹੈ ਆਪਣਾ, ਜਿਨ੍ਹਾਂ ਨੇ ਕੀਤੀ ਹੈ ਗੁਰੂ ਦੀ ਸੇਵਾ, ਗੁਰੂ ਬਸਤਰਾਂ ਦੀ ਸੇਵਾ, ਉਹ ਵੀ ਭਾਈ ਸਫਲੇ। ਜਿਨ੍ਹਾਂ ਨੇ ਗੁਰੂ ਦਰਬਾਰ ਦੀ ਸੇਵਾ ਕੀਤੀ ਉਹ ਵੀ ਸਫਲੇ ਹੁੰਦੇ ਪਏ। ਜਿਨ੍ਹਾਂ ਨੇ ਗੁਰੂ ਕੀ ਸੰਗਤ ਦੀ ਸੇਵਾ ਕੀਤੀ ਉਹ ਵੀ ਸਫਲੇ ਹੁੰਦੇ ਪਏ। ਨਾਨਕ ਜੋ ਗੁਰ ਸੇਵਾ ਹੈ ਆਪਣਾ, ਜਿਨ੍ਹਾਂ ਨੇ ਆਪਣੇ ਗੁਰੂ ਦੀ ਸੇਵਾ ਕੀਤੀ ਹੈ। ਹੋ ਤਿਨ ਬਲਹਾਰੇ ਉਹਨਾਂ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ, ਸਦਕੇ ਜਾਈਏ। ਐਸੇ ਗੁਰਮੁਖ ਜਿਹੜੇ ਨੇ ਸੇਵਾ ਵਿੱਚ ਲੱਗੇ ਹੋਏ, ਉਹਨਾਂ ਤੋਂ ਬਲਿਹਾਰ ਜਾਣਾ ਕਰੀਏ। ਮਹਲਾ ਤੀਜਾ ਮਨਮੁਖ ਮਨ ਅਜਿਤ ਹੈ। ਮਨਮੁਖਾਂ ਦਾ ਮਨ ਭਾਈ ਅਜਿੱਤ ਹੈ। ਮਨਮੁਖ ਬੰਦੇ ਦਾ ਮਨ ਜਿੱਤਿਆ ਨਹੀਂ ਜਾਂਦਾ, ਕਿਉਂਕਿ ਮਨਮੁਖ ਨੇ ਮਨ ਨੂੰ ਹੀ ਮੁਖੀ ਰੱਖਿਆ ਹੋਇਆ, ਮਨ ਨੂੰ ਹੀ ਮੂਹਰੇ ਰੱਖਿਆ, ਅੱਗੇ ਰੱਖਿਆ ਹੋਇਆ। ਇਸ ਕਰਕੇ ਮਨਮੁਖ ਬੰਦੇ ਦਾ ਮਨ ਅਜਿੱਤ ਹੈ, ਜੋ ਜਿੱਤਣ ਤੋਂ ਰਹਿਤ ਹੈ। ਦੂਜਾ ਲੱਗੇ ਜਾਏ ਕਿਉਂ ਨਹੀਂ ਜਿੱਤਿਆ ਜਾਂਦਾ? ਸਵਾਲ ਇਹ ਹੈ ਵੀ ਜਿੱਤਿਆ ਕਿਉਂ ਨਹੀਂ ਜਾਂਦਾ? ਮਹਾਰਾਜ ਕਹਿਣ ਲੱਗੇ ਕਿਉਂਕਿ ਮਨਮੁਖ ਬੰਦੇ ਦਾ ਮਨ ਦਵੈਤ ਵਿੱਚ ਲੱਗਾ। ਦਵੈਤ ਵਿੱਚ ਲੱਗਣ ਕਰਕੇ ਮਨ ਨਹੀਂ ਜਿੱਤਿਆ ਜਾਂਦਾ। ਇਹ ਮਨ ਮਾਵਾਸੀ ਰਾਜਾ, ਇਹ ਮਨ ਰੂਪੀ ਰਾਜਾ ਹਰ ਵੇਲੇ ਆਕੀ ਹੋਇਆ ਰਹਿੰਦਾ। ਤਾਂ ਹੀ ਮਹਾਰਾਜ ਨੇ ਆਖਿਆ ਮਨ ਜੀਤੈ ਜਗ ਜੀਤ। ਜਗ ਜਿੱਤਣਾ ਬੜਾ ਔਖਾ। ਜਗ ਜਿੱਤਣਾ ਤੇ ਦੂਰ ਦੀ ਗੱਲ, ਪਰਿਵਾਰ ਦੇ ਮੈਂਬਰਾਂ ਨੂੰ ਜਿੱਤਣਾ ਬੜਾ ਔਖਾ, ਸਾਰਿਆਂ ਨੂੰ ਖੁਸ਼ ਕਰਨਾ ਬੜਾ ਔਖਾ। ਪਰ ਫਿਰ ਵੀ ਕੋਈ ਇਹੋ ਜਿਹਾ ਜਪੀ ਤਪੀ ਹੋਵੇ, ਬਹੁਤੇ ਧਨ ਵਾਲਾ ਹੋਵੇ, ਉਹ ਸਾਰੀ ਦੁਨੀਆ ਨੂੰ ਜਿੱਤ ਵੀ ਲਵੇ, ਪਰ ਫਿਰ ਵੀ ਕਹਿੰਦੇ ਦੁਨੀਆ ਨੂੰ ਜਿੱਤਣ ਵਾਲੇ ਨੂੰ ਮਨ ਫਿਰ ਵੀ ਨਹੀਂ ਜਿੱਤਿਆ ਗਿਆ। ਐਸਾ ਮਨ ਇਹ ਮਵਾਸੀ ਰਾਜਾ ਹੈ। ਮਹਾਰਾਜ ਕਹਿਣ ਲੱਗੇ ਮਨਮੁਖ ਮਨ ਅਜਿੱਤ ਹੈ। ਮਨਮੁਖ ਲੋਕਾਂ ਦਾ ਮਨ ਜਿੱਤਿਆ ਨਹੀਂ ਜਾਂਦਾ। ਕਿਉਂ ਨਹੀਂ ਜਿੱਤਿਆ ਜਾਂਦਾ? ਕਿਉਂਕਿ ਦੂਜਾ ਲੱਗਾ ਜਾਏ, ਉਹ ਦਵੈਤ ਵਿੱਚ ਲੱਗੇ ਹੋਏ, ਈਰਖਾ ਤੇ ਮੋਹ ਵਿੱਚ ਲੱਗੇ ਹੋਏ। ਇਸ ਕਰਕੇ ਉਹ ਮਨ ਜਿੱਤਣ ਤੋਂ ਰਹਿਤ ਹਨ। ਤਿਸਨੋ ਸੁਖ ਸੁਪਨੇ ਨਹੀਂ। ਪਰ ਇਹੋ ਜਿਹੇ ਮਨਮੁਖ ਬੰਦੇ ਨੂੰ ਜਿਹਦਾ ਮਨ ਮਨਮੁਖਤਾਈ ਵਿੱਚ ਲੱਗਾ ਹੈ, ਕਦੇ ਸੁਪਨੇ ਵਿੱਚ ਵੀ ਸੁਖ ਨਹੀਂ ਮਿਲਦਾ। ਪ੍ਰਤੱਖ ਜਿਉਂਦਿਆਂ ਸੁਖ ਤੇ ਮਿਲਣਾ ਦੂਰ ਦੀ ਗੱਲ ਹੈ, ਉਹਨਾਂ ਨੂੰ ਸੁਪਨੇ ਦੇ ਵਿੱਚ ਕਦੇ ਸੁਖ ਦਾ ਸੁਪਨਾ ਨਹੀਂ ਆਇਆ। ਸੁਪਨਾ ਵੀ ਜਦੋਂ ਆਵੇਗਾ ਡਰਾਉਣਾ ਹੀ ਆਵੇਗਾ। ਸੁਪਨਾ ਵੀ ਜਦੋਂ ਆਵੇਗਾ ਉਹ ਦੁੱਖ ਵਾਲਾ, ਰੋਣ ਵਾਲਾ, ਕੋਈ ਮਰਿਆ ਮਿਲ ਗਿਆ, ਕੋਈ ਮਰਨ ਵਾਲਾ ਮਿਲ ਗਿਆ। ਇਸ ਤਰ੍ਹਾਂ ਦੇ ਸੁਪਨੇ ਭੈੜੇ ਆਉਣਗੇ। ਰਾਤ ਨੂੰ ਤਰਬਕ ਤਰਬਕ ਕੇ ਉੱਠਦੇ ਅਤੇ ਸੁਪਨੇ ਵਿੱਚ ਵੀ ਕੁਝ ਰੋਂਦੇ ਪਏ, ਸੁਪਨੇ ਵਿੱਚ ਵੀ ਮਾੜੀਆਂ ਖਬਰਾਂ ਮਿਲਦੀਆਂ ਪਈਆਂ। ਮਹਾਰਾਜ ਕਹਿਣ ਲੱਗੇ ਪ੍ਰਤੱਖ ਸੁਖ ਮਿਲਣਾ ਤੋਂ ਦੂਰ ਦੀ ਗੱਲ ਹੈ। ਸੁਪਨੇ ਦੇ ਵਿੱਚ ਸੁਪਨਾ ਵੀ ਸੁਖ ਦਾ ਨਹੀਂ ਆਇਆ। ਸੁਪਨੇ ਵਿੱਚ ਵੀ ਡਰ ਤੇ ਦੁੱਖ ਹੀ ਦਿਸੇ। ਕਿਹਨੂੰ ਦਿਸੇ? ਜਿਹੜਾ ਬੰਦਾ ਮਨਮੁਖ ਹੈ, ਜਿਹੜਾ ਮਨ ਨੂੰ ਮੁਖੀ ਰੱਖ ਕੇ ਚੱਲਦਾ ਹੈ। ਦੁੱਖੇ ਦੁੱਖ ਵਿਹਾਏ। ਸਾਰੀ ਉਮਰ ਰਾਤ ਨੂੰ ਸੁੱਤਿਆਂ ਵੀ ਦੁੱਖ ਦੇ ਵਿੱਚ ਹਾਏ ਹਾਏ ਕਰਦਿਆਂ ਲੰਘ ਗਿਆ। ਜੇ ਕਿਤੇ 2 ਮਿੰਟ ਅੱਖ ਲੱਗ ਵੀ ਗਈ, ਸੁਪਨਾ ਹੀ ਇਹੋ ਜਿਹਾ ਡਰ ਵਾਲਾ ਆਇਆ, ਸੁਪਨੇ ਵਿੱਚ ਵੀ ਹਾਏ ਹਾਏ ਕਰਦਾ ਪਿਆ। ਰਾਤ ਸਾਰੀ ਦੁੱਖਾਂ ਵਿੱਚ ਰੋਂਦਿਆਂ ਲੰਘ ਗਈ। ਦਿਨ ਚੜ੍ਹਿਆ ਤੇ ਦਿਨ ਵੀ ਦੁੱਖਾਂ ਵਿੱਚ ਲੰਘ ਗਿਆ। ਐਸੇ ਮਨਮੁਖ ਜੀਵ ਜਿਹੜੇ ਨੇ ਦਿਨੇ ਰਾਤ ਦੁੱਖਾਂ ਵਿੱਚ ਹੀ ਉਮਰਾਂ ਬਤੀਤ ਕਰਦੇ ਹਨ। ਘਰ ਘਰ ਪੜ ਪੜ ਪੰਡਤ ਥੱਕੇ। ਮਹਾਰਾਜ ਨੂੰ ਪੁੱਛਿਆ, ਮਹਾਰਾਜ ਇਹ ਦੁੱਖ ਕਿਵੇਂ ਦੂਰ ਹੁੰਦੇ, ਕੀ ਕਰਨਾ ਚਾਹੀਦਾ? ਬੜੇ ਬੜੇ ਲੋਕਾਂ ਨੇ ਗ੍ਰੰਥ ਪੜ੍ਹੇ ਹੋਏ ਨੇ। ਕੋਈ ਜੰਤਰ ਪੜ੍ਹਦਾ ਹੈ, ਕੋਈ ਮੰਤਰ ਪੜ੍ਹਦਾ ਹੈ, ਕੋਈ ਜੋਤਿਸ਼ ਵਿਦਿਆ ਪੜ੍ਹ ਲੈਂਦੇ, ਕੋਈ ਢਾਲਾ ਤਵੀਤ ਵੀ ਕਰਦੇ ਪਏ ਵੀ ਦੁੱਖ ਚਲਾ ਜਾਵੇ।
ਸਾਡੀ ਹਾਲਤ ਐਸੀ ਹੈ ਵੀ ਅਸੀਂ ਸੋਚਦੇ ਹਾਂ ਵੀ ਦੁੱਖ ਢਾਲਾ ਕੀਤਿਆ ਚਲਾ ਜਾਵੇ, ਔਰ ਢਾਲਾ ਕਰਦੇ ਵੀ ਹਾਂ। ਕੋਈ ਨਾਰੀਅਲ ਵਾਰ ਕੇ ਪਾਣੀ 'ਚ ਸੁੱਟਦਾ ਹੈ, ਕੋਈ ਰੰਗ ਬਰੰਗੀਆਂ ਵਸਤੂਆਂ ਆਪਣੇ ਘਰ ਤੋਂ ਲਿਜਾ ਕੇ ਬਾਹਰ ਚੌਂਕ ਵਿੱਚ ਰੱਖ ਕੇ ਆਉਂਦਾ, ਇਹ ਢਾਲਾ ਕੀਤਾ ਗਿਆ, ਮੇਰਾ ਦੁੱਖ ਟਲੇਗਾ। ਤੇ ਕੁਝ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਨੂੰ ਕਿਸੇ ਸਿਆਣੇ ਨੇ, ਪਾਂਧੇ ਨੇ, ਜੋਤਸ਼ੀ ਨੇ ਦੱਸਿਆ ਵੀ ਅੱਜ ਫਲਾਣਾ ਵਾਰ ਹੈ ਤੇ ਫਲਾਣੇ ਵਾਰ ਵਾਲੇ ਦਿਨ ਫਲਾਣੇ ਰੰਗ ਦਾ ਪਦਾਰਥ ਤੂੰ ਜਾ ਕੇ ਇਹ ਦੇ ਕੇ ਆਉਣਾ। ਤੇ ਉਹ ਫਿਰ ਕੀ ਕਰਦੇ, ਅੱਜ ਫਲਾਣਾ ਦਿਨ ਆ ਗਿਆ, ਕਾਲਾ ਪਦਾਰਥ ਚਾੜਨਾ, ਕਾਲੇ ਰੰਗ ਦੀ ਦਾਲ ਲਿਆ ਕੇ ਗੁਰੂ ਨੂੰ ਭੇਟ ਕੀਤੀ, ਅੱਜ ਪੀਲੇ ਰੰਗ ਦੀ ਦਾਲ ਭੇਟ ਕਰ ਦਿਓ, ਚਿੱਟੇ ਰੰਗ ਦੇ ਚੌਲ ਭੇਟ ਕਰ ਦਿਓ। ਕਈਆਂ ਦੀ ਐਸੀ ਬਿਰਤੀ ਵੀ ਬਣੀ ਹੋਈ ਹੈ, ਉਹਨਾਂ ਨੇ ਗੁਰੂ ਘਰ ਨੂੰ ਵੀ ਨਹੀਂ ਛੱਡਿਆ ਹੈ। ਆਪਣੇ ਘਰ ਦਾ ਢਾਲਾ ਕਰਨ ਵਾਸਤੇ ਥੋੜੀ ਜਿਹੀ ਮੁੱਠ ਕੁ ਜਿੰਨੀ ਦਾਲ, ਮੁੱਠ ਕੁ ਜਿੰਨੇ ਚੌਲ ਜਾਂ ਥੋੜੀਆਂ ਜਿਹੀਆਂ ਵਸਤੂਆਂ ਬੰਨ੍ਹ ਕੇ ਪੁੜੀ ਦੇ ਵਿੱਚ ਲਿਆ ਕੇ ਰੱਖ ਦਿੱਤੀਆਂ। 2 ਮਿਰਚਾਂ ਲਾਲ ਰੰਗ ਦੀਆਂ ਰੱਖ ਗਿਆ, ਕੋਈ ਥੋੜਾ ਬਹੁਤਾ ਹੋਰ ਪਦਾਰਥ ਰੱਖ ਦਿੱਤਾ, ਜਿਵੇਂ ਕਿਸੇ ਨੇ ਸਮਝਾਇਆ। ਉਹ ਫਿਰ ਆਉਂਦਾ ਹੈ, ਆਪਣਾ ਢਾਲਾ ਕਰਕੇ ਚਲੇ ਜਾਂਦਾ, ਮੇਰਾ ਦੁੱਖ ਟਲ ਗਿਆ। ਮਹਾਰਾਜ ਕਹਿਣ ਲੱਗੇ, ਭਾਈ ਪਿਆਰਿਆ, ਜੇ ਢਾਲੇ ਕੀਤਿਆਂ, ਮੰਤਰ ਪੜ੍ਹਿਆ, ਟੂਣੇ ਕੀਤਿਆਂ, ਪਾਣੀ ਵਿੱਚ ਨਾਰੀਅਲ ਰੋੜਿਆਂ ਦੁੱਖ ਟਲਦੇ ਹੋਣ, ਜਿਹੜੇ ਜੋਤਸ਼ੀ ਨੇ ਤੈਨੂੰ ਦੱਸਿਆ ਪਹਿਲਾਂ ਕਿਉਂ ਨਹੀਂ ਉਹਨੇ ਆਪਣੇ ਟਾਲੇ, ਉਹ ਪਹਿਲਾਂ ਕਿਉਂ ਨਹੀਂ ਦੁੱਖਾਂ ਤੋਂ ਰਹਿਤ ਹੋਇਆ? ਜਿਹੜਾ ਤੈਨੂੰ ਦੱਸਦਾ ਪਿਆ ਵੀ ਆਹ ਕੰਮ ਕਰੇਗਾ ਤੇ ਸੁੱਖ ਮਿਲੇਗਾ, ਤੇ ਪਹਿਲਾਂ ਉਹਨੂੰ ਸੁੱਖ ਮਿਲਣਾ ਚਾਹੀਦਾ ਸੀ ਨਾ। ਪਹਿਲਾਂ ਉਹ ਸੁਖੀ ਹੁੰਦਾ, ਆਪਣੇ ਢਾਲੇ ਪਹਿਲਾਂ ਕਰਕੇ ਉਹ ਸੁਖੀ ਹੁੰਦਾ, ਫਿਰ ਉਹ ਤੈਨੂੰ ਦੱਸਦਾ, ਫਿਰ ਤੈਨੂੰ ਯਕੀਨ ਵੀ ਆਉਂਦਾ ਕਿ ਹਾਂ ਇਹ ਵਾਕਿਆ ਹੀ ਠੀਕ ਹੈ। ਜਿਹੜਾ ਡਾਕਟਰ ਆਪ ਬਿਮਾਰ ਹੋਇਆ ਰਹਿੰਦਾ, ਆਪ ਹੀ ਨਹੀਂ ਠੀਕ ਹੁੰਦਾ, ਦੂਜੇ ਦਾ ਇਲਾਜ ਕੀ ਕਰ ਪਾਏਗਾ? ਜਿਹੜਾ ਜੋਤਸ਼ੀ, ਵੈਦ, ਹਕੀਮ, ਜਪੀ ਤਪੀ ਕੋਈ ਵੀ ਹੈ, ਉਹ ਆਪ ਦੁਖੀ ਹੈ, ਉਹ ਤੇਰੇ ਢਾਲੇ ਕਿੱਥੋਂ ਕਰੇਗਾ, ਤੈਨੂੰ ਕਿੱਥੋਂ ਸੁਖ ਦੇਵੇਗਾ? ਮਹਾਰਾਜ ਕਹਿਣ ਲੱਗੇ, ਘਰ ਘਰ ਪੜ ਪੜ ਪੰਡਤ ਥੱਕੇ। ਜਿਹੜੇ ਪੰਡਤ ਨੇ ਨਾ, ਘਰਾਂ ਘਰਾਂ ਵਿੱਚ ਜਾ ਕੇ ਸ਼ਸਤਰਾਂ ਨੂੰ ਪੜ ਪੜ ਕੇ, ਗ੍ਰੰਥਾਂ ਨੂੰ ਪੜ ਪੜ ਕੇ ਮੰਤਰ ਸੁਣਾਉਂਦੇ, ਹਵਨ ਕਰਦੇ, ਕਈ ਤਰ੍ਹਾਂ ਦੇ ਉਹ ਕਰਮ ਕਾਂਡ ਕਰਵਾਉਂਦੇ। ਆਹ ਕਰਮ ਕਰੋ, ਆਹ ਫਲਾਣੇ ਦੀ ਪੂਜਾ ਦਿਓ, ਫਲਾਣੇ ਦੀ ਥਾਲੀ ਦੇ ਦਿਓ, ਆਹ ਫਲਾਣੇ ਦੇ ਨਾਮ ਦਾ ਮੰਤਰ ਹੈ। ਘਰਾਂ ਘਰਾਂ ਵਿੱਚ ਜਾ ਕੇ ਜਿਹੜੇ ਲੋਕ ਪੰਡਤਾਂ ਨੂੰ ਘਰ ਵਿੱਚ ਸੱਦਦੇ ਨੇ ਆਪਣੇ ਘਰ ਵਿੱਚ ਜੱਗ ਕਰਨ ਵਾਸਤੇ, ਪੂਜਾ ਕਰਨ ਵਾਸਤੇ, ਉਹ ਕਹਿਣ ਲੱਗੇ ਵੀ ਪੰਡਤ ਵਿਚਾਰਾ ਆਉਂਦਾ ਇਸ ਘਰ ਵਿੱਚ, ਕੱਲ ਦੂਜੇ ਘਰ ਵਿੱਚ, ਪਰਸੋਂ ਤੀਜੇ ਘਰ ਵਿੱਚ, ਫਿਰ ਆ ਕੇ ਬੈਠਦਾ, ਹਵਨ ਕਰਦਾ, ਮੰਤਰ ਪੜ੍ਹਦਾ, ਕਈ ਕੁਝ ਕਰਦਾ ਹੈ। ਪਰ ਪੰਡਤ ਵਿਚਾਰਾ ਪੜ੍ਹ ਪੜ੍ਹ ਕੇ ਥੱਕ ਗਿਆ, ਗ੍ਰੰਥਾਂ ਨੂੰ ਕਰ ਕਰਕੇ ਹਵਨ ਥੱਕ ਗਿਆ, ਸਮਗਰੀਆਂ ਪਾ ਪਾ ਕੇ ਥੱਕ ਜਾਂਦਾ ਹੈ। ਸਿੱਧ ਸਮਾਧ ਲਗਾਏ। ਪਰ ਉਹ ਪੰਡਤ ਨੇ ਦੂਜਿਆਂ ਦਾ ਦੁੱਖ ਕੀ ਦੂਰ ਕਰਨਾ, ਉਹ ਤੇ ਆਪ ਦੁਖੀ ਹੋਇਆ ਬੈਠਾ। ਉਹਦੀਆਂ ਆਪਣੀਆਂ ਬਿਮਾਰੀਆਂ, ਉਹਦੇ ਆਪਣੇ ਦੁੱਖ, ਉਹਦੀਆਂ ਆਪਣੀਆਂ ਮੁਸੀਬਤਾਂ ਦੂਰ ਨਹੀਂ ਹੋਈਆਂ। ਜੋਤਸ਼ੀ ਤੈਨੂੰ ਦੱਸਦਾ ਪਿਆ ਵੀ ਆਹ ਕਰਮ ਕਰ ਤੇ ਤੇਰੀ ਬਿਮਾਰੀ ਦੂਰ ਹੋਵੇਗੀ, ਪਰ ਜਦੋਂ ਆਪ ਬਿਮਾਰ ਹੁੰਦਾ ਸਿੱਧਾ ਡਾਕਟਰ ਕੋਲ ਜਾਂਦਾ। ਪਖੰਡੀ ਸਾਧੂ ਤੈਨੂੰ ਦੱਸਦਾ ਪਿਆ ਵੀ ਆਹ ਕੰਮ ਕਰੇਗਾ ਤੇਰੇ ਦੁੱਖ ਦੂਰ ਹੋਣਗੇ, ਪਰ ਜਦੋਂ ਪਖੰਡੀ ਆਪ ਬਿਮਾਰ ਹੁੰਦਾ ਨਾ ਤੇ ਸਭ ਤੋਂ ਵਧੀਆ ਹਸਪੀਟਲ ਵਿੱਚ ਜਾਂਦਾ, ਮਹਿੰਗੇ ਤੋਂ ਮਹਿੰਗੇ, ਵੀ ਉੱਥੋਂ ਇਲਾਜ ਕਰਵਾਵਾਂ। ਤੈਨੂੰ ਦੱਸਣ ਵਾਲਾ ਆਪ ਕਿਉਂ ਨਹੀਂ ਉਹ ਰਾਹ ਤੇ ਤੁਰਿਆ? ਕਿਉਂਕਿ ਉਹਨੂੰ ਪਤਾ ਵੀ ਮੈਂ ਤੇ ਪਖੰਡ ਕਰਕੇ ਇਹ ਸਭ ਕੁਝ ਇਕੱਠਾ ਕੀਤਾ, ਹੋਣਾ ਕੁਝ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਪੰਡਤ ਦੱਸਦਾ ਜ਼ਰੂਰ ਹੈ ਦੂਜਿਆਂ ਨੂੰ ਵੀ ਆਹ ਹਵਨ ਕਰੀਏ, ਆਹ ਮੰਤਰ ਪੜ੍ਹੀਏ, ਆਹ ਜਾਪ ਤਾਪ ਕਰੀਏ, ਆਹ ਢਾਲਾ ਕਰੀਏ, ਦੁੱਖ ਟਲੇਗਾ। ਪਰ ਕਦੇ ਕਿਸੇ ਨੇ ਵੇਖਿਆ ਵੀ ਉਹ ਪੰਡਤ ਆਪਣੇ ਵਾਸਤੇ ਵੀ ਉਹ ਕੁਝ ਕਰਦਾ ਹੋਵੇ? ਨਹੀਂ, ਉਹ ਨਹੀਂ ਕਰੇਗਾ। ਘਰ ਘਰ ਵਿੱਚ ਜਾ ਕੇ ਕਰਦਾ ਹੈ, ਪਰ ਦੁਖੀ ਹੋਇਆ ਫਿਰਦਾ। ਦੂਜਾ ਬਚਨ ਮਹਾਰਾਜ ਨੇ ਵਰਤਿਆ, ਸਿੱਧ ਸਮਾਧ ਲਗਾਏ। ਜਿਹੜੇ ਸਿੱਧ ਪੁਰਸ਼ ਨੇ ਨਾ, ਬੜੀ ਬੜੀ ਲੰਮੀ ਉਮਰਾਂ। ਵਿਦਵਾਨਾਂ ਨੇ ਲਿਖਿਆ, ਸਿੱਧ ਜਿਹੜੇ ਨੇ ਇਹਨਾਂ ਦਾ ਜਨਮ ਕਿਤੇ ਸਤਯੁਗ ਦੇ ਵਿੱਚ, ਜਦੋਂ ਕਿਤੇ ਭਗਤ ਸੁਖਦੇਵ ਵਰਗੇ ਪੈਦਾ ਹੋਏ ਨਾ, ਉਦੋਂ ਹੀ ਇਹ ਸਿੱਧ ਪੈਦਾ ਹੋਏ, ਲੰਮੀ ਉਮਰਾਂ ਦੇ ਮਾਲਕ। ਮਹਾਰਾਜ ਨੇ ਆਖਿਆ ਨਾ, ਜੇ ਯੁੱਗ ਚਾਰੇ ਆਰਜਾ, 4 ਯੁੱਗਾਂ ਜਿੰਨੀ ਲੰਮੀ ਉਮਰਾਂ ਹੋ ਜਾਵੇ। ਸਾਡੀ ਉਮਰਾਂ 100 ਸਾਲ ਦੀ ਮੰਨੀ ਹੈ, ਕੋਈ 100 ਸਾਲ ਨੂੰ ਪਹੁੰਚਦਾ, ਨਹੀਂ ਤੇ ਪਹਿਲਾਂ ਹੀ ਇਹ ਸਰੀਰ ਛੁੱਟ ਜਾਂਦਾ। ਪਰ ਜੇ 4 ਯੁੱਗਾਂ ਜਿੰਨੀ ਉਮਰਾਂ, ਸਤਯੁਗ ਤੋਂ ਜੰਮਿਆ ਹੋਵੇ ਕਲਯੁਗ ਤੱਕ ਆਵੇ, ਇਹ ਲੰਮੀ ਉਮਰਾਂ ਸਿੱਧਾਂ ਦੀ ਹੈ। ਸਿੱਧਾਂ ਦੀ ਇੰਨੀ ਉਮਰਾਂ ਸੀ ਵੀ ਗੁਰੂ ਨਾਨਕ ਸਾਹਿਬ ਨੂੰ ਵੀ ਬਾਲਾ ਹੀ ਕਹਿੰਦੇ। ਪਰ ਕਹਿਣ ਲੱਗੇ, ਇੰਨੀ ਲੰਮੀ ਉਮਰਾਂ ਦੇ ਮਾਲਕ ਸਿੱਧ ਨੇ, ਸਤਯੁਗ ਤੋਂ ਜੰਮੇ, ਕਲਯੁਗ ਤੱਕ ਆਏ, ਪਰ ਮਨ ਨੂੰ ਸ਼ਾਂਤੀ ਤੇ ਉਹਨਾਂ ਦੇ ਵੀ ਨਹੀਂ ਹੈ, ਮਨ ਨੂੰ ਚੈਨ ਤੇ ਉਹਨਾਂ ਦੇ ਵੀ ਨਹੀਂ ਆਇਆ, ਮਨ ਵਿੱਚੋਂ ਈਰਖਾ ਤੇ ਉਹਨਾਂ ਦੇ ਵੀ ਖਤਮ ਨਹੀਂ ਹੋਈ, ਮਨ ਵਿੱਚੋਂ ਲੋਭ ਤੇ ਉਹਨਾਂ ਦੇ ਵੀ ਖਤਮ ਨਹੀਂ ਹੋਇਆ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਅਚਲ ਬਟਾਲੇ ਦੀ ਧਰਤੀ ਤੇ ਗਏ, ਝਗੜਾ ਕਿਸ ਗੱਲ ਦਾ ਬਣਿਆ? ਇਸੇ ਗੱਲ ਦਾ ਬਣਿਆ ਕਿ ਸੰਗਤ ਨੇ ਮੱਥਾ ਗੁਰੂ ਨਾਨਕ ਸਾਹਿਬ ਨੂੰ ਟੇਕਿਆ,
ਭੇਟਾ ਵੀ ਲਿਆ ਕੇ ਰੱਖੀਆਂ। ਸਿੱਧਾਂ ਨੇ ਇਸ ਗੱਲ ਦਾ ਗੁੱਸਾ ਕੀਤਾ ਵੀ ਗੁਰੂ ਨਾਨਕ ਨੂੰ ਕਿਉਂ ਪੂਜਿਆ ਗਿਆ, ਸਾਡੀ ਕਿਉਂ ਨਹੀਂ ਪੂਜਾ ਹੋਈ। ਇੰਨੀ ਲੰਮੀ ਉਮਰਾਂ ਦੇ ਮਾਲਕ ਸਿੱਧ ਜਿਹੜੇ ਸਨ, ਇਹ ਵੀ ਮਨ ਵਿੱਚੋਂ ਗੱਲ ਖਤਮ ਨਹੀਂ ਕਰ ਪਾਏ ਕਿ ਇਹ ਜੋ ਰਿਹਾ ਭਾਣੇ ਵਿੱਚ ਹੈ, ਨਹੀਂ ਈਰਖਾ ਕਰਕੇ ਲੜਾਈ ਝਗੜਾ ਕਰਦੇ। ਮਹਾਰਾਜ ਕਹਿਣ ਲੱਗੇ ਸਿੱਧਾਂ ਨੇ ਸਮਾਧੀਆਂ ਲਾ ਕੇ ਲੰਮੀਆਂ ਉਮਰਾਂ ਤੇ ਜ਼ਰੂਰ ਕਰ ਲਈਆਂ, ਥੱਕ ਗਏ ਸਮਾਧੀਆਂ ਲਾ ਕੇ, ਪਰ ਕਹਿਣ ਲੱਗੇ ਭਾਈ ਇਹ ਵਿਕਾਰਾਂ ਦੀ ਅੱਗ ਤੇ ਉਹਨਾਂ ਅੰਦਰੋਂ ਵੀ ਖਤਮ ਨਹੀਂ ਹੋਈ। ਗੋਰਖਨਾਥ ਵਰਗਿਆਂ ਨੇ ਪਤਾ ਨਹੀਂ ਕਿੰਨੇ ਕੋਈ ਵਿਆਹ ਕਰਾ ਛੱਡੇ। ਇਸੇ ਤਰ੍ਹਾਂ ਕੋਈ ਮਾਇਆ ਦਾ ਲਾਲਚੀ ਹੈ, ਕੋਈ ਪੂਜਾ ਦਾ ਲਾਲਚੀ ਹੈ, ਕੋਈ ਮਨਤਾ ਦਾ ਲਾਲਚੀ ਹੈ। ਇਹ ਸਮਾਜ ਸਾਰੇ ਅਵਗੁਣ ਉਹਨਾਂ ਵਿੱਚ ਭਰੇ ਹੋਏ ਹਨ। ਤਿਉ ਮਨ ਵਸ ਨਾ ਆਵਈ। ਇਹਨਾਂ ਦੇ ਕੋਲੋਂ ਮਨ ਵਸ ਨਹੀਂ ਆਇਆ, ਨਾ ਸਿੱਧਾਂ ਕੋਲੋਂ ਮਨ ਵਸ ਆਇਆ ਤੇ ਨਾ ਗੁਰਮੁਖੋ ਇਸੇ ਤਰ੍ਹਾਂ ਵੱਡੇ ਵੱਡੇ ਗ੍ਰੰਥ ਪੜ੍ਹਨ ਵਾਲੇ ਪੰਡਤਾਂ ਕੋਲੋਂ ਮਨ ਵੀ ਵਸ ਨਹੀਂ ਆਇਆ ਹੈ। ਤੱਕੇ ਕਰਮ ਕਮਾਏ। ਕਰਮ ਤੇ ਬੜੇ ਕੀਤੇ ਇਹਨਾਂ ਨੇ, ਕੋਈ ਕਰਮ ਦੱਸਦਾ ਪਿਆ, ਕੋਈ ਪੁੱਠਾ ਹੋ ਕੇ ਸਮਾਧੀ ਲਾਉਂਦਾ, ਕੋਈ ਰੁੱਖ ਨਾਲ ਲਟਕਿਆ ਪਿਆ, ਕੋਈ ਪਾਣੀ ਵਿੱਚ ਖਲੋਤਾ ਹੈ, ਕੋਈ ਅੱਗ ਦੀ ਧੂਣੀ ਤਾ ਕੇ ਬੈਠਾ ਹੈ। ਇਹ ਕੁਝ ਕਰਨ ਦੇ ਨਾਲ ਵੀ ਮਨ ਵਸ ਨਹੀਂ ਆਇਆ। ਪੰਡਤਾਂ ਨੇ ਬੜੇ ਬੜੇ ਮੰਤਰ ਪੜ੍ਹ ਲੈ, ਜੱਗ ਕਰ ਲੈ, ਪਰ ਮਨ ਤੇ ਉਹਨਾਂ ਦੇ ਵੀ ਵਸ ਵਿੱਚ ਨਹੀਂ ਆਉਂਦੇ ਹਨ। ਭੇਖ ਧਾਰੀ ਭੇਖ ਕਰ ਥਕੇ। ਜਿਹੜੇ ਭੇਖ ਕਰਨ ਵਾਲੇ ਨਾ, ਉਹ ਭੇਖ ਕਰ ਕਰਕੇ ਕਦੇ ਕੋਈ ਲਿਬਾਸ ਪਾ ਲਿਆ, ਕਦੇ ਹਰੇ ਪਾ ਕੇ ਮੁਸਲਮਾਨ ਬਣ ਗਿਆ, ਇਸੇ ਤਰ੍ਹਾਂ ਨੀਲੇ ਪਾ ਕੇ ਦੂਜਾ ਬਣ ਗਿਆ, ਕਾਲੇ ਪਾ ਲਏ, ਭਗਵਾਂ ਪਾ ਲਿਆ, ਕਈ ਤਰ੍ਹਾਂ ਦੇ ਸਰੀਰ ਦੇ ਕੱਪੜਿਆਂ ਦੇ ਭੇਸ ਬਣਾ ਲਏ, ਕਈ ਤਰ੍ਹਾਂ ਦੇ ਆਪਣੇ ਸਰੀਰ ਦਾ ਭੇਸ ਬਣਾ ਲਿਆ, ਕਦੇ ਜਟਾ ਰੱਖ ਲਈਆਂ, ਕਦੇ ਸਿਰ ਚੰਗੀ ਤਰ੍ਹਾਂ ਰਗੜ ਕੇ ਮੁੰਨ ਲਿਆ, ਕਦੇ ਪਾਂਧਾ ਬਣ ਗਿਆ, ਜੈਨੀ ਬਣ ਗਿਆ, ਬੁੱਧੀ ਬਣ ਗਿਆ, ਸਰੀਵੜਾ ਬਣ ਗਿਆ। ਕਈ ਤਰ੍ਹਾਂ ਦੇ ਭੇਖ ਸਰੀਰ ਦੇ ਵੀ ਬਣਾਏ, ਕਈ ਤਰ੍ਹਾਂ ਦੇ ਭੇਖ ਕੱਪੜੇ ਦੇ ਵੀ ਬਣਾਏ, ਪਰ ਇਹ ਭੇਖ ਕਰਨ ਦੇ ਨਾਲ ਕਹਿਣ ਲੱਗੇ ਥੱਕ ਤੇ ਜ਼ਰੂਰ ਗਿਆ, ਪਰ ਮਨ ਵਸ ਉਹਦਾ ਵੀ ਨਹੀਂ ਆਇਆ। ਅਗਲਾ ਬਚਨ ਆ ਗਿਆ 68 ਤੀਰਥ ਨਹਾਏ। ਕਈਆਂ ਨੇ ਆਖਿਆ ਤੀਰਥਾਂ ਦੀ ਯਾਤਰਾ ਕਰੀਏ, ਉਹ ਕਦੇ ਕਿਸੇ ਤੀਰਥ ਤੇ ਕਦੇ ਕਿਸੇ ਤੀਰਥ ਤੇ ਜਾਂਦੇ, ਪਰ ਤੀਰਥਾਂ ਦੀ ਯਾਤਰਾ ਕਰਨ ਵਾਲਿਆਂ ਦਾ ਵੀ ਮਨ ਵਸ ਵਿੱਚ ਨਹੀਂ ਆਇਆ ਹੈ। ਮਨ ਕੀ ਸਾਰ ਨਾ ਜਾਣਨੀ। ਇਹਨਾਂ ਸਾਰਿਆਂ ਨੂੰ ਮਨ ਦੀ ਸਾਰ ਨਹੀਂ, ਮਨ ਦੀ ਸੰਭਾਲ ਕਰਨੀ, ਮਨ ਨੂੰ ਵਸ ਕਰਨਾ ਨਹੀਂ ਆਇਆ ਹੈ। ਹਉ ਮੈਂ ਭਰਮ ਭੁਲਾਏ। ਇਹਦੇ ਵਿੱਚ ਲੱਗੇ ਹੋਏ, ਭਰਮ ਵਿੱਚ ਭੁੱਲੇ ਹੋਏ। ਗੁਰਮੁਖੋ, ਇਹ ਆਪਾਂ ਬਚਨ ਉਹਨਾਂ ਸਿੱਧ ਪੁਰਸ਼ਾਂ ਦੇ, ਲੰਮੀ ਉਮਰ ਵਾਲਿਆਂ ਦੇ ਸਰਵਣ ਕਰਦੇ ਪਏ। ਵੇਖੋ ਪੰਡਤ ਨੇ ਬੜੇ ਗ੍ਰੰਥ ਪੜ੍ਹੇ, ਮਨ ਨਹੀਂ ਵਸ ਆਇਆ। ਸਿੱਧ ਨੇ ਬੜੀ ਲੰਮੀ ਉਮਰਾ ਕਰ ਲਈ, ਲੰਮੀ ਉਮਰਾ ਕਰਨ ਦੇ ਬਾਵਜੂਦ ਵੀ ਮਨ ਵਸ ਵਿੱਚ ਨਹੀਂ ਆਇਆ। ਭੇਖ ਬਣਾਉਣ ਵਾਲਿਆਂ ਨੇ ਭੇਖ ਬੜੇ ਬਣਾ ਲਏ, ਪਰ ਮਨ ਫਿਰ ਵੀ ਵਸ ਨਹੀਂ ਆਇਆ। ਤੇ 68 ਤੀਰਥਾਂ ਤੇ ਇਸ਼ਨਾਨ ਕਰਨ ਵਾਲਿਆਂ ਨੇ ਇਸ਼ਨਾਨ ਵੀ ਕਰ ਲਏ, ਪਰ ਮਨ ਉਹਨਾਂ ਦਾ ਵਸ ਵਿੱਚ ਵੀ ਨਹੀਂ ਆਇਆ। ਮਨ ਕੀ ਸਾਰ ਨਾ ਜਾਣੀ, ਮਨ ਦੀ ਸਾਰ, ਮਨ ਨੂੰ ਵਸ ਕਰਨਾ ਇਹਨਾਂ ਨੇ ਜਾਣਿਆ ਨਹੀਂ ਹੈ। ਹਉ ਮੈਂ ਭਰਮ ਭੁਲਾਏ। ਲਾ ਕੇ ਇਹ ਜੀਵ ਭਰਮ ਦੇ ਵਿੱਚ ਭੁੱਲੇ ਪਏ। ਗੁਰੂ ਕਿਆ ਸਿੱਖਾ ਵੱਡੇ ਭਾਗ, ਜੋ ਤੈਨੂੰ ਐਸਾ ਗੁਰੂ ਮਿਲਿਆ ਹੈ, ਤੈਨੂੰ ਨਾ ਭੇਖ ਬਣਾਉਣ ਦੀ ਲੋੜ, ਨਾ ਸਿੱਧ ਬਣਨ ਦੀ ਲੋੜ ਹੈ, ਨਾ ਕਿਤੇ ਜਾ ਕੇ ਯਾਤਰਾਵਾਂ ਕਰਨ ਦੀ ਲੋੜ ਹੈ। ਤੇਰੇ ਗੁਰੂ ਨੇ ਤੈਨੂੰ ਬੈਠੀਆਂ ਹੀ ਇਹ ਦਾਤਾਂ ਬਖਸ਼ੀਆਂ ਹਨ। ਗੁਰ ਪ੍ਰਸਾਦੀ ਭਉ ਪਿਆ। ਜਿਨ੍ਹਾਂ ਦੀ ਗੁਰੂ ਕਿਰਪਾ ਨਾਲ ਮਨ ਵਿੱਚ ਗੁਰੂ ਦਾ ਡਰ ਹੀ ਪੈਦਾ ਹੋ ਗਿਆ ਨਾ, ਜਿਹੜੇ ਗੁਰੂ ਦਾ ਪਰਮੇਸ਼ਰ ਦਾ ਡਰ ਰੱਖਦੇ ਹਨ। ਵਡ ਭਾਗ ਵਸਿਆ ਮਨ ਆਏ। ਵੱਡਿਆਂ ਭਾਗਾਂ ਵਾਲਿਆਂ ਦੇ ਮਨ ਵਿੱਚ ਪਰਮੇਸ਼ਰ ਵਸਦਾ। ਭਾਈ ਐਸੀ ਵੱਡੀ ਦਾਤ ਨਾ ਸਿੱਧਾਂ ਨੂੰ ਮਿਲੀ, ਨਾ ਪੰਡਤ ਨੂੰ, ਨਾ 68 ਤੀਰਥਾਂ ਤੇ ਜਾਣ ਵਾਲਿਆਂ ਨੂੰ, ਨਾ ਭੇਖ ਬਣਾਉਣ ਵਾਲਿਆਂ ਨੂੰ ਮਿਲੀ। ਉਹਨੂੰ ਹੈ ਜਿਹਨੇ ਗੁਰੂ ਦਾ ਭੈ ਰੱਖਿਆ, ਜਿਹਨੇ ਗੁਰੂ ਦਾ ਡਰ ਰੱਖਿਆ, ਉਸ ਨੂੰ ਪਾਤਸ਼ਾਹ